निकंदन अमरदास गुर हृदय आमो हृदय आमो। श्री गुरु रामदास गुण गावो। श्री अर्जन विघ्नन के नाशक विघ्नन के नाशक। हर गोबिंद शुभ सुमत प्रकाशक। श्री हर राय नमो कर जोरी नमो कर जोरी। गुर हर कृष्ण मनाए बहोरी। तेग बहादुर परम कृपाला परम कृपाला। श्री गुरु गोबिंद सिंह विसाला। धरो धरा पर पुन पुन सीसा पुन पुन सीसा। बंधो बार बार जगदीसा। जिसमें अमृत ज्ञान है माणिक भगत वैराग। श्री गुरु ग्रंथ साहिब उद्धत बंधो करो अनुराग। एक ओंकारा सतगुरु तह प्रसाद सच होए। वाहे गुरु जी की फतेह है विघ्न विनाशन सोए। वाहे गुरु जी की फतेह है विघ्न विनाशन सोए। वाहिगुरु जी का खालसा वाहिगुरु जी की फतेह। परम सन्मान योग जुग जुग अटल। चवर छतर तख्त दे मालक। रहमतां दे सागर गद्दी ते विराजमान जागदी जोत। हाजरा हजूर जाहरा जहूर सर्व कला भरपूर अंतरजामी सतगुरु। धन धन श्री गुरु ग्रंथ साहिब सच्चे पातशाह जी दी अपार कृपा हुई है रहमत हुई है। दसवें पातशाह धन धन श्री गुरु गोबिंद सिंह जी महाराज जी का जो आपां सब रल मिल के प्रकाश दिहाड़ा मना रहे हाँ। सतगुरां दियां आपां खुशियां लै रहे हाँ। परसों रोज तो सतगुरां दी कृपा रहमत होई। बाणी दे अमृत प्रवाह चले। अज संपूर्ण भोग पए हन। कलगीधर सच्चे पातशाह जी दे जीवन दी कुछ घटना जो उन्हां दा पटना साहिब विखे प्रकाश होया जन्म होया। उन्हां दे जीवन नूं आपां थोड़ा जिहा अज वाचना है क्योंकि आपां नूं सारिआं नूं ही पता है कि उन्हां दे पिता गुरु तेग बहादुर ਅਤੇ माता गुजर कौर भावें आपां नूं इतिहास दा थोड़ा थोड़ा सारिआं नूं पता है पर जिवें आपां रोज़ गुरबाणी पढ़ते हाँ रोज़ जपजी साहिब करते हाँ सुखमनी साहिब रोज़ करते हाँ 1430 अंग दे जदों भी प्रकाश दिहाड़ा मनाउणा शहीदी दिहाड़ा मनाउणा रोज़ बाणी पढ़ते हाँ। इस तरह गुरु के इतिहास भी रोज़ रोज़ क्यों दोहराए जाते ने कि साडे जीवन दे विच कुछ बदलाव आ जावे साडे ते उस गुरु की कृपा हो जावे
ਕਿਉਂਕਿ ਉਹਨਾਂ ਦੀ ਬਾਣੀ ਦੇ ਵਿੱਚ ਹੀ ਉਹਨਾਂ ਨੇ ਆਪਣੀ ਜੀਵਨ ਘਟਨਾ ਲਿਖੀ ਹੈ। ਜਿੰਨੇ ਵੀ ਪਹਿਲਾਂ ਰਿਸ਼ੀ ਮੁਨੀ, ਦੇਵਤੇ, ਪੀਰ ਪੈਗੰਬਰ ਹੋਏ ਨੇ, ਉਹਨਾਂ ਦਾ ਜੀਵਨ, ਉਹਨਾਂ ਦੀਆਂ ਘਟਨਾਵਾਂ ਜਿਵੇਂ ਹੋਰ ਕਿਸੇ ਨੇ ਕਲਮ ਤੋਂ ਲਿਖੀਆਂ ਨੇ, ਵਿਦਵਾਨਾਂ ਨੇ ਲਿਖੀਆਂ ਨੇ, ਪਰ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਆਪਣੀ ਜੀਵਨ ਘਟਨਾ ਇਸ ਜਨਮ ਦੀ ਨਹੀਂ, ਪਿਛਲੇ ਜਨਮ ਦੀ ਵੀ ਉਹਨਾਂ ਨੇ ਆਪਣੀ ਘਟਨਾ ਬਾਰੇ ਲਿਖਿਆ ਹੈ ਸਾਰਾ, ਕਿ ਪਿੱਛੇ ਸਾਡਾ ਕਿਹੜਾ ਜੀਵਨ ਸੀ, ਅਸੀਂ ਇਸ ਧਰਤੀ 'ਤੇ ਕਿਉਂ ਆਏ, ਸਾਨੂੰ ਆਉਣ ਦੀ ਲੋੜ ਕਿਉਂ ਪਈ। ਕਲਗੀਧਰ ਸੱਚੇ ਪਾਤਸ਼ਾਹ ਜੀ ਆਪਣੀ ਬਾਣੀ ਦੇ ਵਿੱਚ, ਦਸਮ ਬਾਣੀ ਸਤਿਗੁਰਾਂ ਦੀ ਬਾਣੀ ਬਚਿੱਤਰ ਨਾਟਕ ਦੇ ਵਿੱਚ ਸਤਿਗੁਰੂ ਜੀ ਆਪਣੀ ਸਾਰੀ ਕਥਾ ਜੋ ਹੈ ਉਹ ਲਿਖਦੇ ਨੇ। 14 ਜੰਗਾਂ ਦਾ ਵੀ ਉਹ ਵਰਣ ਬਚਿੱਤਰ ਨਾਟਕ ਦੇ ਵਿੱਚ ਕਰਦੇ ਨੇ। ਨਿੱਕੀ ਨਿੱਕੀ ਗੱਲ ਉਹਨਾਂ ਸਤਿਗੁਰਾਂ ਨੇ ਲਿਖੀ ਹੈ। ਜੇ ਆਪਾਂ ਬਚਿੱਤਰ ਨਾਟਕ ਦੀ ਸਾਰੀ ਬਾਣੀ ਦੀ ਕਥਾ ਕਰੀਏ ਤੇ ਘੱਟੋ ਘੱਟ 2 ਮਹੀਨੇ ਲੱਗ ਜਾਂਦੇ ਨੇ ਕਲਗੀਧਰ ਸੱਚੇ ਪਾਤਸ਼ਾਹ ਜੀ ਦਾ ਜੀਵਨ ਸਰਵਣ ਕਰਨ ਵਾਸਤੇ। ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਸੀ, ਇਸ ਧਰਤੀ 'ਤੇ ਪਹਿਲਾਂ ਕਿਹੋ ਜਿਹੇ ਹਾਲਾਤ ਸਨ। ਆਓ ਆਪਾਂ ਉਹਨਾਂ ਦੀ ਜਿਹੜੀ ਰਚਨਾ ਤੋਂ ਬਾਣੀ ਉਚਾਰੀ ਹੋਈ, ਜਿਵੇਂ ਹੇਮਕੁੰਡ ਦਾ ਹਿਮਾਲਿਆ ਪਰਬਤ ਹੈ, ਉਹ ਤੋਂ ਆਪਾਂ ਸ਼ੁਰੂ ਕਰਦੇ ਹਾਂ। ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਸਾਡੇ 'ਤੇ ਕਿਰਪਾ ਕਰਨ। ਇੱਕ ਵਾਰੀ ਆਪਾਂ ਸਾਰੇ ਫਤਿਹ ਬੁਲਾਈਏ, ਕਲਗੀਧਰ ਸੱਚੇ ਪਾਤਸ਼ਾਹ ਜੀ ਦਾ ਧਿਆਨ ਧਰ ਕੇ ਉਹਨਾਂ ਦੇ ਵਿੱਚ ਆਪਾਂ ਸੁਰਤੀ ਜੋੜੀਏ ਕਿ ਸਾਨੂੰ ਉਹਨਾਂ ਦੇ ਜੀਵਨ ਬਾਰੇ ਪਤਾ ਲੱਗੇ ਅਤੇ ਸਾਡੇ ਜੀਵਨ 'ਚ ਸਾਡੇ ਜੋ ਘਟਨਾਵਾਂ ਨੇ ਉਹ ਸਤਿਗੁਰੂ ਜੀ ਸਾਡੇ 'ਤੇ ਕਿਰਪਾ ਕਰਨ। ਆਓ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਬ ਮੈਂ ਆਪਣੀ ਕਥਾ ਬਖਾਨੋ, ਤਪ ਸਾਧਤ ਜਹ ਬਿਧ ਮੋਹਿਆਨੋ। ਕਲਗੀਧਰ ਸੱਚੇ ਪਾਤਸ਼ਾਹ ਜੀ ਸਾਡੇ 'ਤੇ ਕਿਰਪਾ ਕਰ ਰਹੇ ਨੇ। ਕਹਿੰਦੇ ਜੋ ਹੈ ਆਪਣੀ ਜੀਵਨ ਘਟਨਾ ਭਾਵ ਕਿ ਮੈਂ ਆਪਣੀ ਕਥਾ, ਆਪਣੇ ਜੀਵਨ ਦੀ ਘਟਨਾ ਜੋ ਹੈ ਮੈਂ ਤੁਹਾਨੂੰ ਸਰਵਣ ਕਰਾਉਣ ਲੱਗਾ ਹਾਂ। ਹੇਮਕੁੰਟ ਪਰਬਤ ਹੈ ਜਹਾਂ, ਸਪਤ ਸ੍ਰਿੰਗ ਸੋਭਤ ਹੈ ਤਹਾਂ। ਕਹਿੰਦੇ ਕਿ ਜਿੱਥੇ ਮੈਂ ਪਹਿਲਾਂ ਤਪ ਕਰਦਾ ਰਿਹਾ ਪਿਛਲੇ ਜਨਮ ਦੇ ਵਿੱਚ, ਕਿਉਂਕਿ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਹੇਮਕੁੰਡ ਦੇ 36 ਯੁੱਗ ਭਾਵ ਕਿ ਉਹਨਾਂ ਨੇ ਤਪੱਸਿਆ ਕੀਤੀ ਹੈ। 36 ਯੁੱਗ ਕਲਗੀਧਰ ਸੱਚੇ ਪਾਤਸ਼ਾਹ ਜੀ ਦਾ ਜੀਵਨ ਜੇ ਹੋਰ ਸਰਵਣ ਕਰਨਾ ਹੋਵੇ, ਕਵੀ ਚੂੜਾਮਣੀ ਜੀ ਹੋਏ ਨੇ, ਕਵੀ ਸੰਤੋਖ ਸਿੰਘ ਜੀ, ਉਹਨਾਂ ਨੇ ਸਾਰਾ ਜੀਵਨ ਲਿਖਿਆ ਹੈ ਪਰਮਾਤਮਾ ਦਾ, ਕਲਗੀਧਰ ਸੱਚੇ ਪਾਤਸ਼ਾਹ ਜੀ ਦਾ। ਕਹਿੰਦੇ ਕਲਗੀਧਰ ਸੱਚੇ ਪਾਤਸ਼ਾਹ ਜੀ ਉੱਥੇ ਤਾਂ ਬੰਦਗੀ ਕਰਦੇ ਹੀ ਸਨ, ਪਰ ਉਹਨਾਂ ਦੇ ਨਾਲ ਹੋਰ ਵੀ ਬੜੇ ਰਿਸ਼ੀ ਮੁਨੀ ਬੈਠੇ ਸਨ, ਤਪੱਸਿਆ ਕਰਦੇ ਸਨ। ਕਹਿੰਦੇ ਇਸੇ ਤਰ੍ਹਾਂ ਕਲਗੀਧਰ ਸੱਚੇ ਪਾਤਸ਼ਾਹ ਜੀ ਕਹਿੰਦੇ ਤਪ ਸਾਧਤ ਜਹ ਬਿਧ ਮੋਹਿਆਨੋ, ਕਿ ਮੈਨੂੰ ਤਪੱਸਿਆ ਕਰਦੇ ਨੂੰ ਕਿੱਥੇ ਮੈਂ ਤਪੱਸਿਆ ਕੀਤੇ। ਹੇਮਕੁੰਟ ਪਰਬਤ ਹੈ ਜਹਾਂ। ਹੇਮ ਕਹਿੰਦੇ ਨੇ ਹਿਮਾਲਿਆ ਦਾ ਪਰਬਤ, ਕੁੰਟ ਭਾਵ ਕਿ ਬਰਫ਼ ਵਾਲਾ ਜਿਹੜਾ ਪਹਾੜ, ਕਹਿੰਦੇ ਉਸ ਮੈਂ ਹਿਮਾਲਿਆ ਪਰਬਤ 'ਤੇ ਜਾ ਕੇ ਤਪੱਸਿਆ ਕੀਤੀ। ਸਪਤ ਸ੍ਰਿੰਗ ਸੋਭਤ ਹੈ ਤਹਾਂ। ਸਪਤ ਸ੍ਰਿੰਗ ਭਾਵ ਕਿ 7 ਚੋਟੀਆਂ ਵਾਲਾ ਪਹਾੜ। ਸਤਿਗੁਰੂ ਜੀ ਕਹਿੰਦੇ ਉਹ 7 ਚੋਟੀਆਂ ਵਾਲਾ ਜਿਹੜਾ ਪਹਾੜ ਹੈ ਉਹ ਸ਼ੋਭਦਾ ਹੈ, ਪਰ ਕਵੀਆਂ ਨੇ ਉਹਦੀ ਖੋਜ ਕਰਕੇ ਦੱਸਿਆ ਹੈ ਕਿ ਜਿਹੜਾ ਸਪਤ ਸ੍ਰਿੰਗ ਹਿਮਾਲਿਆ ਪਰਬਤ ਹੈ, ਜਿੱਥੇ ਹੁਣ ਕਲਗੀਧਰ ਸੱਚੇ ਪਾਤਸ਼ਾਹ ਜੀ ਦਾ ਹੇਮਕੁੰਡ ਸਾਹਿਬ ਸਥਾਨ ਹੈ, ਕਹਿੰਦੇ ਇਸ ਧਰਤੀ ਤੋਂ 19,000 ਫੁੱਟ ਉੱਚਾ ਹੈ ਉਹ। ਅਤੇ ਜਿਹੜੀ ਉੱਥੇ ਵਾਦੀ ਹੈ ਥੱਲੇ, ਕਹਿੰਦੇ ਗੋਬਿੰਦ ਧਾਮ 'ਤੇ, ਕਹਿੰਦੇ ਉਹ 17,000 ਫੁੱਟ ਉੱਚੀ ਹੈ। ਕਹਿੰਦੇ ਉੱਥੇ ਬਰਫ਼ ਪੈਂਦੀ ਹੈ। ਸਪਤ ਸ੍ਰਿੰਗ
ਸੱਤ ਚੋਟੀਆਂ ਵਾਲੇ ਉਹ ਪਹਾੜ ਬਰਫੀਲੇ ਉਹ ਇਸ ਤਰ੍ਹਾਂ ਸ਼ੋਭਦੇ ਨੇ, ਜੇ ਕਹਿੰਦੇ ਦੂਰੋਂ ਦੇਖੀਏ ਨਾ ਲਾਗੇ ਜਾ ਕੇ ਤੇ ਕਵੀ ਜੀ ਕਹਿੰਦੇ ਨੇ ਕਿ ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਰਿਸ਼ੀ ਬੈਠੇ ਹੋਣ, ਸੱਤ ਤਪੱਸਿਆ ਕਰ ਰਹੇ ਹੋਣ। ਤੇ ਕਲਗੀਧਰ ਸੱਚੇ ਪਾਤਸ਼ਾਹ ਜੀ ਕਹਿੰਦੇ ਉੱਥੇ ਅਸੀਂ ਤਪੱਸਿਆ ਕੀਤੀ ਹੈ। ਹੇਮਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਤ ਹੈ ਤਹਾਂ, ਉੱਥੇ ਸ਼ੋਭਾ ਪਾ ਰਹੇ ਨੇ ਉਹ ਸੱਤ ਜਿਹੜੇ ਸੱਤ ਚੋਟੀਆਂ ਵਾਲੇ। ਸਪਤ ਸ੍ਰਿੰਗ ਤਹਿ ਨਾਮ ਕਹਾਵਾ, ਉਹ ਜਿਹੜੇ ਸੱਤ ਚੋਟੀਆਂ ਵਾਲੇ ਪਹਾੜ ਨੇ ਕਹਿੰਦੇ ਕਿ ਉਹ ਨਾਮ ਕਹਾਉਂਦੇ ਨੇ, ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਸੱਤ ਚੋਟੀਆਂ ਵਾਲੇ ਹਿਮਾਲਿਆ ਪਰਬਤ। ਸਪਤ ਸ੍ਰਿੰਗ ਤਹਿ ਨਾਮ ਕਹਾਵਾ ਪਾਂਡੂ ਰਾਜ ਜਹ ਜੋਗ ਕਮਾਵਾ। ਪੰਜ ਪਾਂਡਵ ਹੋਏ ਨੇ ਕਹਿੰਦੇ ਜਦੋਂ ਮਹਾਭਾਰਤ ਦਾ ਯੁੱਧ ਹੋਇਆ, ਉਸ ਯੁੱਧ ਨੂੰ ਜਦੋਂ ਜਿੱਤ ਕੇ ਉਹ ਜਿਹੜੇ ਪੰਜੇ ਪਾਂਡਵ ਸਨ, ਸਤਿਗੁਰੂ ਜੀ ਕਹਿੰਦੇ ਉੱਥੇ ਹਿਮਾਲਿਆ ਪਰਬਤ 'ਤੇ ਗਏ ਅਤੇ ਉੱਥੇ ਉਹਨਾਂ ਨੇ ਯੋਗ ਸਾਧਨਾ ਕੀਤੀ ਅਤੇ ਉਹ ਸਵਰਗ ਨੂੰ ਗਏ। ਕਹਿੰਦੇ ਉੱਥੇ ਪਾਂਡਵਾਂ ਨੇ ਵੀ ਭਾਵ ਕੀ ਤਪੱਸਿਆ ਕੀਤੀ ਸੀ। ਫਿਰ ਸਤਿਗੁਰੂ ਜੀ ਕਹਿੰਦੇ ਤਹਿ ਹਮ ਅਧਿਕ ਤਪੱਸਿਆ ਸਾਧੀ, ਅਧਿਕ ਭਾਵ ਕੀ ਬੜੀ ਘਾਲਣਾ ਕਠਨ ਤਪੱਸਿਆ ਕੀਤੀ। ਕਿਉਂਕਿ ਹੁਣ ਕਲਗੀਧਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਰਮ ਧਰਮ ਪਾਖੰਡ ਜੋ ਦਿਸ ਹੈ ਤਿਨ ਜਮ ਜਾਗਾਤੀ ਲੂਟੈ। ਕਿਉਂਕਿ ਜਿਵੇਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਸਿੱਧਾ ਨੂੰ ਕਿਹਾ ਸੀ ਕਿ ਯੋਗਾ ਕਰਨਾ ਜਾਂ ਇਸ ਤਰ੍ਹਾਂ ਸਵਾਸ ਚੜਾਉਣੇ ਸਾਰੇ ਕਰਮ ਕਾਂਡ ਨੇ, ਪਰ ਕਲਗੀਧਰ ਸੱਚੇ ਪਾਤਸ਼ਾਹ ਜੀ ਕਹਿੰਦੇ ਅਸੀਂ ਉੱਥੇ ਅਧਿਕ ਤਪੱਸਿਆ ਸਾਧੀ, ਕਠਨ ਤਪੱਸਿਆ ਕੀਤੀ। ਭਾਵ ਕਿ ਉਹਨਾਂ ਨੇ ਪ੍ਰਭੂ ਦਾ ਸਿਮਰਨ ਕੀਤਾ, ਉਸ ਪਰਮਾਤਮਾ ਨੂੰ ਯਾਦ ਕੀਤਾ। ਜਿਵੇਂ ਇੱਕ ਤਾਂ ਆਪਾਂ ਨੂੰ ਕਲਗੀਧਰ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ ਕਿ ਅੰਮ੍ਰਿਤ ਵੇਲੇ ਉੱਠਣਾ, ਬਾਣੀ ਪੜ੍ਹਨੀ। ਅੰਮ੍ਰਿਤ ਵੇਲੇ ਉੱਠਣਾ ਬੜਾ ਔਖਾ ਹੈ ਕਿਉਂਕਿ ਇਹ ਵੀ ਕਠਨ ਘਾਲਣਾ ਹੈ। ਅਤੇ ਕਲਗੀਧਰ ਨੇ ਕਿਹਾ ਇਕੱਲਾ ਉੱਠਣਾ ਹੀ ਨਹੀਂ ਹੈ, ਉਸ ਪਰਮਾਤਮਾ ਦਾ ਰੱਬ ਦਾ ਨਾਮ ਵੀ ਜਪਣਾ ਹੈ। ਜਿਵੇਂ ਕਿਉਂਕਿ ਪਹਿਲਾਂ ਜਿਹੜੇ ਸਿੱਧ ਹੋਏ ਨੇ ਉਹ ਇਕੱਲਾ ਸਿਰਫ ਯੋਗਾ ਅਭਿਆਸ ਕਰਦੇ ਸਨ, ਸਵਾਸ ਚੜ੍ਹਾ ਲੈਂਦੇ ਸਨ, ਨਾਮ ਨਹੀਂ ਜਪਦੇ ਸਨ, ਰਿੱਧੀਆਂ ਸਿੱਧੀਆਂ ਉਹਨਾਂ ਕੋਲ ਆ ਜਾਂਦੀਆਂ ਸਨ। ਪਰ ਕਲਗੀਧਰ ਸੱਚੇ ਪਾਤਸ਼ਾਹ ਜੀ ਕਹਿੰਦੇ ਅਸੀਂ ਉੱਥੇ ਤਪੱਸਿਆ ਕੀਤੀ, ਉਸ ਪਰਮਾਤਮਾ ਨੂੰ ਯਾਦ ਕੀਤਾ। ਫਿਰ ਕਹਿੰਦੇ ਤਹਿ ਹਮ ਅਧਿਕ ਤਪੱਸਿਆ ਸਾਧੀ ਮਹਾਕਾਲ ਕਾਲ ਕਾ ਅਰਾਧੀ। ਹੁਣ ਇੱਥੇ ਕਈ ਵਿਦਵਾਨਾਂ ਦਾ ਜਿਵੇਂ ਕਈਆਂ ਨੂੰ ਸ਼ੰਕਾ ਪੈ ਜਾਂਦਾ ਹੈ, ਕਿਉਂਕਿ ਬਾਣੀ ਜਦੋਂ ਪੜ੍ਹਦੇ ਨੇ ਉਦੋਂ ਹੀ ਕਿਰਪਾ ਹੁੰਦੀ ਹੈ। ਜੇ ਇਕੱਲਾ ਗਿਆਨ ਨੂੰ ਵੇਖਿਆ ਜਾਏ ਫਿਰ ਇਹ ਜਿਹੜੀ ਗੁਰੂ ਕੀ ਬਾਣੀ ਹੈ ਇਹਦੀ ਸਮਝ ਨਹੀਂ ਆਉਂਦੀ। ਕਿਉਂਕਿ ਭਗਤ ਕਬੀਰ ਜੀ ਇਸ ਗੱਲ ਨੂੰ ਕਹਿੰਦੇ ਨੇ, ਕਹਿੰਦੇ ਲੋਕ ਜਾਣੇ ਇਹ ਗੀਤ ਹੈ, ਕਿ ਲੋਕੀ ਕਹਿ ਰਹੇ ਨੇ ਸਿਰਫ ਇਹ ਜਿਹੜੀ ਬਾਣੀ ਤੇ ਗਾਉਣੀ ਤੇ ਗੀਤ ਨੇ, ਪਰ ਇਹ ਤੋਂ ਬ੍ਰਹਮ ਵਿਚਾਰ, ਇਹ ਤਾਂ ਬ੍ਰਹਮ ਦੀ ਵਿਚਾਰ ਹੈ ਕਿ ਜਿੱਥੋਂ ਇਹ ਮਨੁੱਖ ਆਇਆ ਹੈ ਉੱਥੇ ਬਾਣੀ ਜਿਹੜੀ ਧੁਰਕੀ ਬਾਣੀ ਉਸ ਮਨੁੱਖ ਦੀ ਇਹ ਆਤਮਾ ਨੂੰ ਉੱਥੇ ਲੈ ਜਾਂਦੀ ਹੈ, ਸੱਚਖੰਡ ਜਿਹੜਾ ਇਸ ਨੂੰ ਯਾਦ ਕਰਦਾ ਹੈ। ਅਤੇ ਕਲਗੀਧਰ ਸੱਚੇ ਪਾਤਸ਼ਾਹ ਜੀ ਕਹਿੰਦੇ ਮਹਾਕਾਲ ਕਾਲ ਕਾ ਅਰਾਧੀ, ਜਿਵੇਂ ਕਿ ਕਾਲ ਦੇ ਕਾਲ ਨੂੰ ਵੀ ਕਾਲਣ ਵਾਲਾ ਕਿ ਉਹ ਰਾਧੀ, ਉਹਦੀ ਅਰਾਧਨਾ ਕੀਤੀ। ਜਿਵੇਂ ਕਿਹਾ ਜਾਂਦਾ ਹੈ ਕਿ ਆਹ ਬੰਦਾ ਧਨੀ ਹੈ, ਕਿ ਧਨੀ ਕਿਹਾ ਜਾਂਦਾ ਹੈ, ਜਾਂ ਕਿਹਾ ਜਾਂਦਾ ਹੈ ਕਿ ਉਹ ਬੰਦਾ ਤੁਰਿਆ ਜਾ ਰਿਹਾ, ਉਹ ਰਾਹੀ ਬੰਦਾ ਹੈ, ਰਾਹੀ 'ਤੇ ਜਾ ਰਿਹਾ ਹੈ। ਇਸੇ ਤਰ੍ਹਾਂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਅਰਾਧੀ, ਕਾਲ ਦੇ ਵੀ ਕਾਲ ਨੂੰ ਕਾਰਨ ਵਾਲੇ ਨੂੰ ਉਸ ਦੀ ਅਰਾਧਨਾ ਕੀਤੀ। ਕਿਉਂਕਿ ਇਤਿਹਾਸ ਦੇ ਵਿੱਚ ਲਿਖਿਆ ਹੈ ਸਤਿਗੁਰਾਂ ਨੇ, ਕਹਿੰਦੇ ਜਦੋਂ ਦੇਵਤਿਆਂ ਦਾ ਅਤੇ ਦੈਂਤਾਂ ਦਾ ਆਪਸ ਦੇ ਵਿੱਚ ਵਿਵਾਦ ਵੱਧ ਗਿਆ, ਝਗੜਾ ਹੋ ਗਿਆ, ਜੰਗ ਹੋਈ, ਕਿਉਂਕਿ ਆਪ ਹੀ ਪਰਮਾਤਮਾ ਨੇ ਦੇਵਤੇ ਅਤੇ ਦੈਂਤ ਸਾਜੇ ਸਨ। ਬੈਠ ਲੜਾਏ ਸੁਰਾਸੁਰ ਆਪ ਹੈ ਬੇ ਦੇਖਤ ਬੈਠ ਤਮਾਸ਼ਾ। ਸਤਿਗੁਰੂ ਜੀ ਕਹਿੰਦੇ ਕਿ ਆਪ ਹੀ ਉਸ ਨੇ ਸੁਰ ਅਤੇ ਅਸੁਰ ਦੋਵੇਂ ਪੈਦਾ ਕੀਤੇ, ਦੇਵਤੇ ਅਤੇ ਦੈਂਤ ਉਸ ਨੇ ਪੈਦਾ ਕੀਤੇ ਨੇ। ਕਹਿੰਦੇ ਉਹਨਾਂ ਦੇ ਵਿੱਚ ਵੈਰ ਭਾਵ ਕੀ ਵੈਰ ਵਧਾ ਦਿੱਤਾ ਪਰਮਾਤਮਾ ਨੇ। ਆਪ ਹੈ ਦੇਖਤ ਬੈਠ ਤਮਾਸ਼ਾ, ਆਪ ਉਹ ਪਰਮਾਤਮਾ ਤਮਾਸ਼ਾ ਦੇਖ ਰਿਹਾ ਹੈ ਉਹਨਾਂ ਦਾ। ਕਹਿੰਦੇ ਕਿ ਫਿਰ ਜਦੋਂ ਉਹਨਾਂ ਦਾ ਵਿਵਾਦ ਜ਼ਿਆਦਾ ਵੱਧ ਗਿਆ
ਦੇਵਤਿਆਂ ਦਾ ਤੇ ਦੈਤਾਂ ਦਾ। ਕਹਿੰਦੇ ਜਿਹੜੇ ਦੈਤ ਸਨ ਇਹ ਜਿੱਤ ਗਏ। ਸੁੰਭ ਤੇ ਨਸੁੰਭ ਦੋ ਦੈਤ ਵੱਡੇ ਹੋਏ ਨੇ। ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦਾ ਬੜਾ ਵੱਡਾ ਜ਼ਿਕਰ ਕੀਤਾ ਹੈ। ਕਹਿੰਦੇ ਇਹਨਾਂ ਨੇ ਦੇਵਤਿਆਂ ਨੂੰ ਹਰਾ ਦਿੱਤਾ। ਜਦੋਂ ਦੇਵਤਿਆਂ ਨੂੰ ਹਰਾਇਆ ਤੇ ਫਿਰ ਕਹਿੰਦੇ ਕਿ ਜਿਹੜੇ ਦੇਵਤੇ ਹਾਰ ਖਾ ਕੇ ਇਹ ਜਿਹੜੀ ਦੇਵੀ ਹੋਈ ਹੈ ਕਾਲਕਾ, ਕਹਿੰਦੇ ਉਹਦੇ ਦੇਵੀ ਦੁਰਗਾ ਕੋਲੇ ਗਏ, ਸਾਡੀ ਸਹਾਇਤਾ ਕਰ, ਸਾਡਾ ਜਿਹੜਾ ਦੈਤਾਂ ਨੇ ਸਾਡਾ ਰਾਜ ਤੇ ਸਵਰਗ ਜਿਹੜਾ ਖੋਹ ਲਿਆ ਹੈ ਤੇ ਸਾਡੀ ਸਹਾਇਤਾ ਕਰ। ਕਹਿੰਦੇ ਇਹੋ ਜਿਹੜੀ ਦੇਵੀ ਦੁਰਗਾ ਕਹਿੰਦੇ ਇਹ ਫਿਰ ਦੇਵਤਿਆਂ ਦੀ ਮਦਦ ਕਰਨ ਵਾਸਤੇ ਆਈ। ਸੁੰਭ ਤੇ ਨਸੁੰਭ ਜਿਹੜੇ ਦੈਤ ਸਨ ਉਹ ਇੰਨੇ ਬਲਵਾਨ ਸਨ, ਜਿੰਨਾ ਹੀ ਉਹਨਾਂ ਨੂੰ ਵੱਢਦੇ ਸੀ, ਜਿੰਨਾ ਉਹਨਾਂ ਦਾ ਰਕਤ ਥਾਂ ਤੇ ਖੂਨ ਡਿੱਗਦਾ ਸੀ, ਓਨੇ ਦੈਤ ਉਹ ਹੋਰ ਪੈਦਾ ਹੋ ਜਾਂਦੇ ਸਨ। ਕਹਿੰਦੇ ਇਸ ਨੂੰ ਲੜਦਿਆਂ ਹੋਇਆਂ 5000 ਵਰ੍ਹਾ ਹੋ ਗਿਆ ਇਸ ਦੇਵੀ ਨੂੰ, ਉਹ ਦੈਤ ਨਾ ਮੁੱਕੇ। ਕਹਿੰਦੇ ਹਾਰ ਖਾ ਕੇ ਥੱਕ ਕੇ ਇਹ ਵਿੰਧਿਆਚਲ ਪਰਬਤ ਹੈ ਜਿੱਥੇ ਜਾ ਕੇ ਉੱਥੇ ਜਾ ਕੇ ਲੁਕ ਗਈ। ਕਹਿੰਦੇ ਜਦੋਂ ਇਹ ਲੁਕ ਗਈ ਤੇ ਉੱਥੇ ਰਿਸ਼ੀ ਸੀ ਜਾ ਉਹ ਤਪੱਸਿਆ ਕਰ ਰਿਹਾ ਸੀਗਾ, ਸਮੁੰਦ ਰਿਖੀ। ਕਹਿੰਦੇ ਉੱਥੇ ਜਿਹੜੇ ਸੁੰਭ ਤੇ ਨਸੁੰਭ ਦੇ ਜਿਹੜੇ ਦੋ ਸਾਥੀ ਬੇਲ ਤੇ ਸੁਮੇਲ ਤੇ ਹੋਰ ਸਾਥੀ ਕਹਿੰਦੇ ਉਸ ਦੇਵੀ ਦੇ ਮਗਰ ਭੱਜੇ। ਕਹਿੰਦੇ ਜਦੋਂ ਗਏ ਤੇ ਉਹ ਜਾ ਕੇ ਵਿੰਧਿਆਚਲ ਪਰਬਤ ਤੇ ਜਾ ਕੇ ਲੋਪ ਹੋ ਗਈ। ਉਹ ਲੱਭਦੇ ਰਹੇ ਨਾ ਲੱਭੀ। ਕਹਿੰਦੇ ਨੇ ਸਮੁੰਦ ਰਿਖੀ ਸੀ, ਇਹ ਤਪੱਸਿਆ ਕਰ ਰਿਹਾ ਸੀ ਉੱਥੇ। ਕਹਿੰਦੇ ਤਪੱਸਿਆ ਕਰਦੇ ਹੋਇਆਂ ਨੂੰ ਇਹਨਾਂ ਦੈਤਾਂ ਨੇ ਜਾ ਕੇ ਉਹਨੂੰ ਹਿਲਾਇਆ। ਜਦੋਂ ਹਿਲਾਇਆ ਕਹਿੰਦੇ ਕੀ ਗੱਲ ਹੈ ਤੁਹਾਨੂੰ, ਮੈਨੂੰ ਕਾਹਤੋਂ ਛੇੜਿਆ ਹੈ? ਕਹਿੰਦੇ ਇੱਧਰ ਇੱਕ ਬਹਾਦਰ ਔਰਤ ਆਈ ਹੈ, ਉਹ ਭਾਵ ਕਿ ਦੇਵਤਿਆਂ ਦੀ ਮਦਦ ਵਾਸਤੇ ਆਈ ਸੀ, ਸਾਡੇ ਨਾਲ ਜੰਗ ਕਰਦੀ ਹੋਈ ਇੱਧਰ ਨੂੰ ਭੱਜੀ ਹੈ, ਸਾਨੂੰ ਦੱਸ। ਕਹਿੰਦੇ ਉਹ ਜਿਹੜਾ ਸਮੁੰਦ ਰਿਖੀ ਸੀ ਉਹਨੇ ਆਪਣੇ ਧਿਆਨ ਸਾਧਨਾ ਦੇ ਨਾਲ ਦੇਖਿਆ, ਕਿਉਂਕਿ ਉਹ ਇੰਨੀ ਕਠਿਨ ਤਪੱਸਿਆ ਕਰਦਾ ਸੀ, ਉਹਦੀ ਬ੍ਰਹਮਪੁਰੀ ਤਾਈਂ ਜਾ ਕੇ ਉਹਦੀ ਅਵਸਥਾ ਪਹੁੰਚ ਚੁੱਕੀ ਸੀਗੀ। ਉਹ ਜਦੋਂ ਉਹਨੇ ਵੇਖਿਆ ਕਿ ਜਿਹੜੀ ਦੇਵੀ ਦੁਰਗਾ ਇਹ ਤਾਂ ਕਾਲ ਹੈ, ਸ਼ਕਤੀ ਹੈ, ਕਹਿੰਦੇ ਕਿ ਉਹਨਾਂ ਨੂੰ ਮੋੜਨਾ ਚਾਹਿਆ, ਤੁਸੀਂ ਮੁੜ ਜਾਓ, ਉਹ ਤੁਹਾਡਾ ਕਾਲ ਕਰ ਦੇਗੀ। ਫਿਰ ਕਹਿੰਦੇ ਜਦੋਂ ਨਾ ਮੰਨੇ, ਕਹਿੰਦੇ ਜੇ ਤੂੰ ਦੱਸਦਾ ਨਹੀਂ ਤੇ ਅਸੀਂ ਤੈਨੂੰ ਖਤਮ ਕਰ ਦਿਆਂਗੇ। ਸਮੁੰਦ ਰਿਖੀ ਨੇ ਫਿਰ ਆਪਣੀ ਤਪੱਸਿਆ ਬਚਾਉਣ ਵਾਸਤੇ ਉਸ ਅਕਾਲ ਪੁਰਖ ਦੇ ਅੱਗੇ ਆਰਾਧਨਾ ਕੀਤੀ ਕਿ ਮੇਰੀ ਰੱਖਿਆ ਕਰ ਇਹਨਾਂ ਦੈਤਾਂ ਤੋਂ। ਜੇ ਮੈਂ ਇਹਨਾਂ ਦੈਤਾਂ ਨੂੰ ਮਾਰਦਾ ਹਾਂ ਤੇ ਮੇਰੀ ਤਪੱਸਿਆ ਦੇ ਵਿੱਚ ਵਿਘਨ ਪੈਂਦਾ ਹੈ, ਤੂੰ ਆਪ ਆਣ ਕੇ ਕਿਰਪਾ ਕਰ। ਕਹਿੰਦੇ ਉਸ ਪਰਮਾਤਮਾ ਨੇ ਫਿਰ ਕਿਹਾ ਕੋਈ ਬਹਾਨਾ ਦੇ ਤੇ ਮੈਂ ਤਾਂ ਪ੍ਰਗਟ ਹੋਵਾਂਗਾ। ਕਹਿੰਦੇ ਕਿਸ ਤਰ੍ਹਾਂ ਦਾ ਬਹਾਨਾ? ਕਹਿੰਦੇ ਜਿਵੇਂ ਪ੍ਰਹਿਲਾਦ ਨੇ ਆਰਾਧਿਆ ਸੀ ਤੇ ਥੰਮ ਦੇ ਵਿੱਚੋਂ ਮੈਂ ਪ੍ਰਗਟ ਹੋਇਆ ਸੀਗਾ, ਇਸੇ ਤਰ੍ਹਾਂ ਤੂੰ ਵੀ ਕੋਈ ਬਹਾਨਾ ਦੇ। ਕਹਿੰਦੇ ਇਹਦੇ ਕੋਲ ਜਿਹੜੀ ਖੱਲ, ਸ਼ੇਰ ਦੀ ਖੱਲ ਦੇ ਉੱਤੇ ਬੈਠ ਕੇ ਤਪੱਸਿਆ ਕਰਦਾ ਸੀ ਤੇ ਕਿਹਾ ਕਿ ਇਹਨੂੰ ਚੁੱਕ ਦੇ ਤੇ ਮੈਂ ਇਹਦੇ ਵਿੱਚੋਂ ਹੀ ਪ੍ਰਗਟ ਹੋ ਜਾਵਾਂਗਾ। ਕਹਿੰਦੇ ਉਹ ਜਿਹੜੀ ਸ਼ੇਰ ਦੀ ਖੱਲ ਜਦੋਂ ਉਹਨੇ ਚੁੱਕੀ ਜਿੱਤੇ ਤਪੱਸਿਆ ਕਰਦਾ ਸੀਗਾ, ਕਹਿੰਦੇ ਉਹਦੇ ਵਿੱਚੋਂ ਫਿਰ ਸ਼ਸਤਰਧਾਰੀ ਜਿਹੜਾ ਯੋਧਾ ਉਹ ਪ੍ਰਗਟ ਹੋਇਆ, ਜਿਹਦੀ ਆਪਾਂ ਗੱਲ ਕਰਦੇ ਹਾਂ ਦੁਸ਼ਟ ਦਮਨ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ। ਕਿਉਂਕਿ ਦੁਸ਼ਟ ਦਮਨ ਇਹਨਾਂ ਨੂੰ ਤਾਂ ਕਿਹਾ ਜਾਂਦਾ ਹੈ, ਪਿਛਲੇ ਜਨਮ ਦੇ ਤਪੱਸਿਆ ਦੇ ਵਿੱਚ ਜਦੋਂ ਇਹ ਪ੍ਰਗਟ ਹੋਏ ਸਨ ਉਦੋਂ ਇਹਨਾਂ ਦਾ ਨਾਮ ਦੁਸ਼ਟ ਦਮਨ ਪਿਆ ਸੀਗਾ। ਕਹਿੰਦੇ ਸਮੁੰਦ ਰਿਖੀ ਜਦੋਂ ਪ੍ਰਗਟ ਹੋਏ, ਜਦੋਂ ਸ਼ਸਤਰਧਾਰੀ ਯੋਧਾ, ਤੇ ਸਮੁੰਦ ਰਿਖੀ ਨੂੰ ਪੁੱਛਿਆ ਕੀ ਮਦਦ ਕਰਾਂ ਤੇਰੀ? ਕਹਿੰਦੇ ਕਿ ਆ ਜਿਹੜੇ ਦੈਤ ਇਹਨਾਂ ਦਾ ਦੁਸ਼ਟ ਦਮਨ ਕਰ ਦੇ, ਇਹਨਾਂ ਨੂੰ ਖਤਮ ਕਰ ਦੇ। ਤੇ ਉਦੋਂ ਤੋਂ ਇਹਨਾਂ ਦਾ ਨਾਮ ਜਿਹੜਾ ਪਹਿਲਾ ਹੈ ਦੁਸ਼ਟ ਦਮਨ ਪਿਆ। ਕਹਿੰਦੇ ਕਿ ਕਲਗੀਧਰ ਸੱਚੇ ਪਾਤਸ਼ਾਹ ਜੀ ਫਿਰ ਇਹ ਰਿਸ਼ੀ ਦੇ ਰੂਪ ਵਿੱਚ ਭਾਵ ਕਿ ਸ਼ਸਤਰਧਾਰੀ ਹੋ ਕੇ ਤੇ ਕਹਿੰਦੇ ਇਹਨਾਂ ਨੇ ਜੰਗ ਕੀਤਾ ਉਹਨਾਂ ਦੈਤਾਂ ਦੇ ਨਾਲ ਪਿਛਲੇ ਜਨਮ ਦੇ ਵਿੱਚ। ਕਹਿੰਦੇ ਜਦੋਂ ਜੰਗ ਕੀਤਾ ਤੇ ਜਦੋਂ ਸਾਰੇ ਦੈਤ ਮਾਰੇ ਗਏ, ਕਹਿੰਦੇ ਕਿ ਇਸ ਰਿਸ਼ੀ ਨੇ, ਇਸ ਸ਼ਸਤਰਧਾਰੀ ਯੋਧੇ ਨੇ ਭਾਵ ਕਿ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ 9 ਪਦਮ ਦੈਤ ਜਿਹੜੇ ਮਾਰੇ ਸਨ। 9 ਪਦਮ, ਇਹਨਾਂ ਦਾ ਮਤਲਬ ਇਹ ਹੈ, 9 ਪਦਮ ਦਾ ਮਤਲਬ ਭਾਵ ਕਿ ਜਿਵੇਂ ਇੱਕ ਦੇ ਅੱਗੇ ਇੱਕ ਦੇ ਮਗਰ 16 ਜ਼ੀਰੋਆਂ ਲਾ ਦਈਏ,
ਜਿਵੇਂ 100 1000 ਕਰੋੜ ਲੱਖ ਅਰਬ ਇੱਕ ਦੇ ਮਗਰ 16 ਜ਼ੀਰੋ ਲਾ ਦਈਏ ਤੇ ਇੱਕ ਪਦਮ ਬਣਦਾ ਹੈ। ਕਹਿੰਦੇ ਇਸੇ ਤਰ੍ਹਾਂ 9 ਪਦਮ ਜਦੋਂ ਦੈਂਤ ਮਾਰੇ, ਜਿਹੜੀ ਦੇਵੀ ਲੁਕੀ ਹੋਈ ਸੀ ਉਹ ਪ੍ਰਗਟ ਬਾਹਰ ਆਈ। ਜਦੋਂ ਵੇਖਿਆ ਕਿ ਸਾਰੇ ਦੈਂਤ ਮਰ ਗਏ, ਫਿਰ ਆਣ ਕੇ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਸ਼ਰਨ ਦੇ ਵਿੱਚ ਆਈ ਕਿ ਤੁਸੀਂ ਮਦਦ ਕੀਤੀ ਹੈ। ਮੈਂ ਦੇਵਤਿਆਂ ਨਾਲ ਵਾਅਦਾ ਕੀਤਾ ਸੀ ਪਰ ਮੈਂ ਇਹਨਾਂ ਨੂੰ ਮਾਰ ਨਹੀਂ ਸਕੀ। 5000 ਵਰ੍ਹਾ ਮੈਂ ਲੜਦੀ ਰਹੀ ਪਰ ਇਹ ਦੈਂਤ ਮੇਰੇ ਤੋਂ ਖਤਮ ਨਹੀਂ ਹੋਏ। ਹੇ ਅਕਾਲ ਪੁਰਖ, ਤੂੰ ਆਪ ਪ੍ਰਗਟ ਹੋ ਕੇ ਤੇ ਇਹਨਾਂ ਨੂੰ ਖਤਮ ਕੀਤਾ ਹੈ। ਇੱਥੇ ਤਾਂ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਕਹਿੰਦੇ ਮਹਾਕਾਲ ਕਾਲਕਾਰ ਆਦਿ ਭਾਵ ਕਿ ਕਾਲਕਾ ਦੀ ਜਾਂ ਕਿਸੇ ਦੇਵੀ ਦੀ ਆਰਾਧਨਾ ਨਹੀਂ ਉਹਨਾਂ ਨੇ ਕੀਤੀ, ਕਾਲ ਦੇ ਕਾਲ ਨੂੰ ਕਰਨ ਵਾਲੇ ਦੀ ਉਹਨਾਂ ਦੀ ਆਰਾਧਨਾ ਕੀਤੀ। ਜਿਵੇਂ ਕੋਈ ਰਸਤੇ 'ਤੇ ਜਾ ਰਿਹਾ ਹੈ ਆਪਾਂ ਉਹਨੂੰ ਰਾਹੀ ਕਹਿ ਦਿੰਦੇ ਹਾਂ, ਜੇ ਕਿਸੇ ਕੋਲੇ ਧਨ ਹੈ ਆਪਾਂ ਉਹਨੂੰ ਧਨੀ ਕਹਿ ਦਿੰਦੇ ਹਾਂ। ਇਸੇ ਤਰ੍ਹਾਂ ਕਲਗੀਧਰ ਸੱਚੇ ਪਾਤਸ਼ਾਹ ਜੀ ਕਹਿੰਦੇ ਉਸ ਦੀ ਆਰਾਧਨਾ ਕੀਤੀ ਅਸੀਂ। ਇਹ ਬਿਦ ਕਰਤ ਤਪੱਸਿਆ ਭਇਓ, ਕਹਿੰਦੇ ਇਸ ਤਰ੍ਹਾਂ ਤਪੱਸਿਆ ਕੀਤੀ ਦਵੈ ਤੇ ਏਕ ਰੂਪ ਹੋ ਗਇਓ। ਕਿਉਂਕਿ ਸਤਿਗੁਰੂ ਜੀ ਕਹਿੰਦੇ ਸਾਡਾ 2 ਰੂਪ ਸਨ, ਇੱਕ ਮਨੁੱਖੀ ਤੇ ਇੱਕ ਪਰਮਾਤਮਾ। ਕਹਿੰਦੇ ਜਿਹੜਾ ਸਾਡਾ ਇੱਕ ਰੂਪ ਹੋ ਗਿਆ, ਫਿਰ ਜੇ ਕਿਸੇ ਦੇਵੀ ਦੀ ਆਰਾਧਨਾ ਕਰਦੇ ਤੇ ਫਿਰ ਇੱਥੇ 3 ਆਉਣਾ ਸੀਗਾ, ਪਰ ਉਹ ਕਹਿੰਦੇ ਕਿ ਅਸੀਂ ਅਕਾਲ ਪੁਰਖ ਦੇ ਵਿੱਚ ਅਭੇਦ ਹੋ ਗਏ। ਕਿਉਂਕਿ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਜੋ ਆਪਣਾ ਪਿਛਲਾ ਜੀਵਨ ਲਿਖਿਆ ਹੈ, ਆਪ ਹੀ ਅਕਾਲ ਪੁਰਖ ਆਪਣੇ ਆਪ ਨੂੰ ਛੁਪਾ ਕੇ ਰੱਖਦਾ ਹੈ ਕਿ ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਕਿਉਂਕਿ ਰੱਬ ਨੇ ਵੀ ਆਪਣਾ ਨਾਮ ਛੁਪਾ ਕੇ ਰੱਖਿਆ ਕਿ ਮੈਂ ਰੱਬ ਨਹੀਂ, ਪਰ ਉਹ ਰੱਬ ਸਨ ਤੇ ਉਹਨਾਂ ਨੇ ਆਪਣਾ ਸਾਰਾ ਜੀਵਨ ਲਿਖਿਆ। ਕਹਿੰਦੇ 2 ਤੋਂ ਅਸੀਂ ਇੱਕ ਰੂਪ ਹੋ ਗਏ। ਫਿਰ ਕਹਿੰਦੇ ਤਾਤ ਮਾਤ ਮੁਰ ਅਰਖ ਅਲਾਦਾ, ਕਹਿੰਦੇ ਫਿਰ ਮੇਰੇ ਮਾਤਾ ਪਿਤਾ ਨੇ ਤਪੱਸਿਆ ਕੀਤੀ। ਮਾਤਾ ਪਿਤਾ ਕੌਣ ਸਨ? ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਅਤੇ ਮਾਤਾ ਗੁਜਰ ਕੌਰ ਜੀ। ਕਹਿੰਦੇ ਇਹਨਾਂ ਦੀ ਵੀ ਬੜੀ ਤਪੱਸਿਆ, ਮੇਰੇ ਮਾਤਾ ਪਿਤਾ ਨੇ ਵੀ ਤਪੱਸਿਆ ਬਹੁਤ ਕੀਤੀ। ਜਦੋਂ ਮੈਂ ਹੇਮਕੁੰਡ ਸਾਹਿਬ 'ਤੇ ਤਪੱਸਿਆ ਕਰ ਰਿਹਾ ਸੀਗਾ ਤੇ ਕਹਿੰਦੇ ਇਹਨਾਂ ਨੇ ਵੀ ਤਪੱਸਿਆ ਕੀਤੀ। ਕਹਿੰਦੇ ਜਦੋਂ ਉਹਨਾਂ ਦੇਵਤਿਆਂ ਨੂੰ ਰਾਜ ਦਿਵਾ ਦਿੱਤਾ, ਫਿਰ ਉਹ ਜਿਹੜਾ ਰਿਸ਼ੀ ਕਹਿੰਦੇ ਸਮੁੰਦ ਰਿਖੀ ਦੇ ਕੋਲ ਹੀ ਸਾਰੇ ਸ਼ਸਤਰ ਲਾ ਕੇ, ਫਿਰ ਜਿੱਥੇ ਆਪਾਂ ਨੰਦੇੜ ਹੇਮਕੁੰਡ ਸਾਹਿਬ ਵਾਹਿਗੁਰੂ ਹਜੂਰ ਸਾਹਿਬ ਜਾ ਕੇ ਆਪਾਂ ਦਰਸ਼ਨ ਕਰਦੇ ਹਾਂ ਸੱਚਖੰਡ ਦੇ, ਉੱਥੇ ਸਤਿਗੁਰਾਂ ਨੇ ਬਹੁਤ ਚਿਰ ਤਪੱਸਿਆ ਕੀਤੀ। ਜਿੱਥੇ ਸਤਿਗੁਰਾਂ ਨੇ ਫਿਰ ਤੀਰ ਮਾਰ ਕੇ ਤੇ ਸੱਚਖੰਡ ਪ੍ਰਗਟ ਕੀਤਾ ਸੀਗਾ, ਉੱਥੇ ਤਪੱਸਿਆ ਕੀਤੀ ਸਤਿਗੁਰਾਂ ਨੇ ਗੋਦਾਵਰੀ ਨਦੀ 'ਤੇ। ਉਸ ਤੋਂ ਬਾਅਦ ਫਿਰ ਹੇਮਕੁੰਡ ਸਾਹਿਬ ਗਏ ਸਨ, ਜਿੱਥੇ ਬੜੀ ਘਾਲਣਾ ਤਪੱਸਿਆ ਕੀਤੀ ਤੇ ਕਵੀ ਜੀ ਨੇ ਉਹਦਾ ਬੜਾ ਵੱਡਾ ਜ਼ਿਕਰ ਕੀਤਾ ਹੈ, ਕਿਸ ਤਰ੍ਹਾਂ ਤਪੱਸਿਆ ਕੀਤੀ ਤੇ ਕਲਗੀਧਰ ਸੱਚੇ ਪਾਤਸ਼ਾਹ ਜੀ ਦਾ ਤਪੱਸਿਆ ਕਰਦਿਆਂ ਕਿਸ ਤਰ੍ਹਾਂ ਦਾ ਸਰੀਰ ਹੋ ਗਿਆ ਸੀਗਾ। ਕਹਿੰਦੇ ਉਹਨਾਂ ਨੇ ਸਾਰਾ ਕਵੀ ਜੀ ਨੇ ਬੜਾ ਸੋਹਣਾ ਸੁੰਦਰ ਉਹਨਾਂ ਬਾਰੇ ਬਹੁਤ ਕੁਝ ਲਿਖਿਆ ਹੈ ਕਲਗੀਧਰ ਸੱਚੇ ਪਾਤਸ਼ਾਹ ਜੀ ਦਾ। ਕਹਿੰਦੇ ਫਿਰ ਕਿ ਤਾਤ ਮਾਤ ਮੁਰ ਅਲਖ ਅਰਾਧਾ, ਬਹੁ-ਬਿਧ ਜੋਗ ਸਾਧਨਾ ਸਾਧਾ। ਕਹਿੰਦੇ ਮੇਰੇ ਮਾਤਾ ਪਿਤਾ ਨੇ ਬਹੁਤ ਵੱਡੀ ਤਪੱਸਿਆ ਕੀਤੀ, ਉਹਨਾਂ ਨੇ ਵੀ ਸਾਧਨਾ ਕੀਤੀ। ਤਿੰਨ ਜੋ ਕਰੀ ਅਲਖ ਕੀ ਸੇਵਾ, ਅਕਾਲ ਪੁਰਖ ਦੀ ਉਹਨਾਂ ਨੇ ਸੇਵਾ ਕੀਤੀ। ਤਾਤੇ ਭਏ ਪ੍ਰਸੰਨ ਗੁਰਦੇਵਾ, ਕਹਿੰਦੇ ਫਿਰ ਉਹ ਪ੍ਰਮਾਤਮਾ ਜਿਹੜਾ ਮੇਰੇ ਮਾਤਾ ਪਿਤਾ 'ਤੇ ਪ੍ਰਸੰਨ ਹੋਇਆ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਅਤੇ ਮਾਤਾ ਗੁਜਰ ਕੌਰ 'ਤੇ। ਤਿੰਨ ਪ੍ਰਭ ਜਬ ਆਏ ਸਮੋਹ ਦੀਆ, ਤਬ ਹਮ ਜਨਮ ਕੱਲੂ ਮਹਿਲੀਆ। ਕਹਿੰਦੇ ਕਲਯੁੱਗ ਦੇ ਵਿੱਚ ਫਿਰ ਮੈਨੂੰ ਜਨਮ ਲੈਣਾ ਪਿਆ। ਫਿਰ ਇਹਦੇ ਵਿੱਚ ਹੋਰ ਵੀ ਸਤਿਗੁਰੂ ਜੀ ਕਹਿੰਦੇ ਚਿਤਨਾ ਭਇਓ ਹਮਰੋ ਆਵਨ ਕਹਿ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮਹਿ। ਕਹਿੰਦੇ ਐਡਾ ਆਨੰਦ ਇੰਨਾ ਰਸ ਉਸ ਪਰਮਾਤਮਾ ਦੇ ਚਰਨਾਂ ਵਿੱਚ ਇਹੋ ਜਿਹੀ ਸੁਰਤ ਲੱਗ ਗਈ, ਧਰਤੀ 'ਤੇ ਆਉਣ ਨੂੰ ਦਿਲ ਹੀ ਨਹੀਂ ਕਰਦਾ ਕਿ ਕਲਯੁੱਗ ਦੇ ਵਿੱਚ ਜਾ ਕੇ ਕੀ ਕਰਨਾ ਹੈ। ਫਿਰ ਕਹਿੰਦੇ ਕਿ ਮੈਂ ਕਿਹਾ ਮੈਂ ਨਹੀਂ ਜਾਣਾ, ਮੈਂ ਇਹ ਪਰਮਾਤਮਾ ਤੇਰੇ ਕੋਲ ਹੀ ਰਹਿਣਾ ਹੈ, ਮੈਂ ਮਾਤ ਲੋਕ ਦੇ ਵਿੱਚ ਨਹੀਂ ਜਾਣਾ। ਫਿਰ ਕਹਿੰਦੇ ਕਿ ਪਰਮਾਤਮਾ ਨੇ ਮੈਨੂੰ ਸਮਝਾਇਆ, ਜਿਉਂ ਤਿਉਂ ਪ੍ਰਭ ਹਮਕੋ ਸਮਝਾਇਓ। ਕਹਿੰਦੇ ਪਰਮਾਤਮਾ ਨੂੰ ਇਸ ਤਰ੍ਹਾਂ ਮੈਨੂੰ ਸਮਝਾਇਆ
इम कह कै ਇਹ ਲੋਕ ਪਠਾਇਓ। ਕਿਹੜੀ ਗੱਲ ਕਹਿ ਕੇ ਭੇਜਿਆ? ਕਿਉਂਕਿ ਜਿਹੜੇ ਕਰਮਾਂ ਕਾਂਡਾਂ 'ਚ ਆਪਾਂ ਫਸੇ ਪਏ ਹੈ, ਜਾਨੋ ਸਾਨੂੰ ਫਸਾਇਆ ਗਿਆ ਹੈ, ਉਸ ਦੀ ਗੱਲ ਅੱਗੇ ਸਤਿਗੁਰੂ ਜੀ ਕਹਿੰਦੇ ਨੇ। ਕਹਿੰਦੇ ਦੁਨੀਆ ਦੇ ਉੱਤੇ ਬਹੁਤ ਕੁਝ ਹੋ ਰਿਹਾ ਹੈ ਤੇ ਤੁਸੀਂ ਜਾਓ ਜਾ ਕੇ ਤੇ ਦੁਨੀਆ ਦਾ ਭਲਾ ਕਰੋ, ਕਿ ਪ੍ਰਮਾਤਮਾ ਦੇ ਰਸਤੇ 'ਤੇ ਲਾਉਣਾ ਕਰੋ। ਫਿਰ ਕਹਿੰਦੇ ਕਿਹੜੀ ਗੱਲ ਕਹੀ? ਕਹਿੰਦੇ ਅਕਾਲ ਪੁਰਖ ਬਾਚ ਇਸ ਕੀਟ ਪ੍ਰਤ। ਕਹਿੰਦੇ ਅਕਾਲ ਪੁਰਖ ਨੇ ਇਹ ਗੱਲ ਕਹੀ ਕੀਟ ਪ੍ਰਤ। ਵੇਖੋ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਆਪ ਨੂੰ ਕੀੜੇ ਦੇ ਸਮਾਨ ਕਿਹਾ ਹੈ ਕਿ ਮੈਂ ਤਾਂ ਦਾਸ ਹਾਂ, ਇਸ ਧਰਤੀ 'ਤੇ ਆਇਆ। ਵੇਖੋ ਸਤਿਗੁਰਾਂ ਨੇ ਕਿੱਡੀ ਵੱਡੀ ਸਾਡੇ 'ਤੇ ਕਿਰਪਾ ਕੀਤੀ। ਸਰਬੰਸ ਉਹਨਾਂ ਨੇ ਸਾਰਾ ਸਾਡੇ ਵਾਸਤੇ ਵਾਰ ਦਿੱਤਾ ਤੇ ਫਿਰ ਵੀ ਕਹਿੰਦੇ ਅਸੀਂ ਦਾਸ ਹਾਂ ਉਸ ਪਰਮਾਤਮਾ ਦੇ, ਅਸੀਂ ਕੁਛ ਨਹੀਂ। ਇੰਨਾ ਵੱਡਾ ਕਰਕੇ ਤੇ ਆਪਣੇ ਆਪ ਨੂੰ ਦਾਸ ਕਹਾ ਰਹੇ, ਜਿਹਦਾ ਆਪਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਅਸੀਂ ਕੋਈ ਥੋੜ੍ਹੀ ਜਿਹੀ ਵੀ ਸੇਵਾ ਕਰ ਲਈਏ ਤੇ ਸਾਡੇ ਵਿੱਚ ਹੰਕਾਰ ਆ ਜਾਂਦਾ ਹੈ ਕਿ ਅਸੀਂ ਬਹੁਤ ਤਗੜੇ ਹਾਂ, ਪਰ ਨਹੀਂ। ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਸਾਰਾ ਕੁਝ ਵਾਰ ਕੇ ਵੀ ਕਹਿੰਦੇ ਕਿ ਨਹੀਂ, ਅਸੀਂ ਉਸ ਦੇ ਦਾਸ ਹਾਂ, ਕਿ ਸਾਡਾ ਕੁਛ ਨਹੀਂ, ਉਸ ਪਰਮਾਤਮਾ ਦਾ ਸਭ ਕੁਛ ਹੈ। ਦੇਖੋ ਸਤਿਗੁਰੂ ਜੀ ਨੂੰ ਫਿਰ ਕੀ ਕਿਹਾ? ਕਹਿੰਦੇ ਇਹ ਗੱਲ ਸਮਝਾਈ। ਕਿਹੜੀ ਗੱਲ ਸਮਝਾਈ? ਕਹਿੰਦੇ ਚੌਪਈ ਜਬ ਪਹਿਲੇ ਹਮ ਸ੍ਰਿਸ਼ਟ ਬਣਾਈ। ਪਰਮਾਤਮਾ ਕਹਿੰਦਾ ਹੈ ਕਿ ਜਦੋਂ ਮੈਂ ਸਾਰੀ ਸ੍ਰਿਸ਼ਟੀ ਬਣਾਈ, ਪਹਿਲਾਂ ਮੈਂ ਸਭ ਤੋਂ ਸ੍ਰਿਸ਼ਟੀ ਬਣਾਈ, ਧਰਤੀ ਬਣਾਈ, ਦਰਖਤ ਬਣਾਏ, ਸਭ ਕੁਝ ਬਣਾਇਆ। ਦੈਂਤ ਰਜੇ ਦੁਸ਼ਟ ਦੁਖਦਾਈ। ਕਿਉਂਕਿ ਇਹਦੀ ਕਲਗੀਧਰ ਸੱਚੇ ਪਾਤਸ਼ਾਹ ਜੀ ਗਵਾਹੀ ਕਰਦੇ ਨੇ। ਆਪਾਂ ਕਹੀਏ ਕਿ ਪਹਿਲਾਂ ਧਰਤੀ 'ਤੇ ਕੀ ਸੀ, ਪਹਿਲਾਂ ਧਰਤੀ 'ਤੇ ਕੀ ਹੋਇਆ ਹੈ, ਤੇ ਕਲਗੀਧਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਮੈਂ ਸ੍ਰਿਸ਼ਟੀ ਬਣਾਈ, ਅਕਾਲ ਪੁਰਖ ਸਾਹਿਬ ਕਹਿੰਦੇ ਕਿ ਜਦੋਂ ਮੈਂ ਸ੍ਰਿਸ਼ਟੀ ਬਣਾਈ, ਦੈਂਤ ਰਚੇ ਦੁਸ਼ਟ ਦੁਖਦਾਈ। ਕਹਿੰਦੇ ਦੇਵਤੇ ਨਹੀਂ ਪਹਿਲਾਂ ਰਚੇ, ਪਹਿਲਾਂ ਮੈਂ ਦੈਂਤ ਬਣਾਏ, ਪਹਿਲਾਂ ਮੈਂ ਦੈਂਤਾਂ ਨੂੰ ਰਾਜ ਦਿੱਤਾ ਸੀ ਇਸ ਧਰਤੀ 'ਤੇ। ਸਭ ਤੋਂ ਪਹਿਲਾਂ ਮੈਂ ਦੈਂਤ ਬਣਾਏ ਤੇ ਪੁੱਜ ਬਲ ਬਵਰੇ ਹਵ ਗਏ। ਕਹਿੰਦੇ ਜਦੋਂ ਮੈਂ ਦੈਂਤਾਂ ਨੂੰ ਬਣਾਇਆ ਕਿ ਜਾਓ ਤੁਸੀਂ ਨਾਮ ਜਪਾਓ ਧਰਤੀ 'ਤੇ ਜਾ ਕੇ, ਕਹਿੰਦੇ ਉਹਨਾਂ ਦੀ ਸ਼ਕਤੀ ਤੇ ਬਲ ਦੇ ਹੰਕਾਰ ਦੇ ਵਿੱਚ ਉਹ ਬੌਰੇ ਹੋ ਗਏ, ਬੌਲੇ ਹੋ ਗਏ। ਜਿਵੇਂ ਕੋਈ ਧਨੀ ਬੰਦਾ ਹੋਵੇ, ਕਿਸੇ 'ਤੇ ਹੀ ਕਿਰਪਾ ਹੁੰਦੀ ਹੈ, ਧਨ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਤੇ ਨਿਮਰਤਾ ਦੇ ਵਿੱਚ ਰਹੇ, ਨਹੀਂ ਤੇ ਧਨ ਐਸੀ ਚੀਜ਼ ਹੈ, ਮਾਇਆ ਬੰਦੇ ਨੂੰ ਬੌਰਾ ਕਰ ਦਿੰਦੀ ਹੈ। ਕਹਿੰਦੇ ਇਸੇ ਤਰ੍ਹਾਂ ਜਿਹੜੇ ਦੈਂਤ ਨੇ ਉਹ ਬੌਰੇ ਹੋ ਗਏ, ਹੰਕਾਰੀ ਹੋ ਗਏ। ਕਹਿੰਦੇ ਕਿ ਪੂਜਤ ਪਰਮ ਪੁਰਖ ਰਹਿ ਗਏ। ਕਹਿੰਦੇ ਜਿਹਦੀ ਪ੍ਰਮਾਤਮਾ ਦੀ ਆਰਾਧਨਾ ਕਰਨੀ ਸੀ ਤੇ ਕਰਾਉਣੀ ਸੀ, ਉਹਦੀ ਤਾਂ ਉਹਨਾਂ ਨੇ ਕਰਾਈ ਨਹੀਂ। ਫਿਰ ਕਹਿੰਦੇ ਕਿ ਉਹਨਾਂ ਦੇ ਤੇ ਹਮ ਤਮਕ ਤਨਕ ਮੋ ਖਾਪੇ। ਕਹਿੰਦੇ ਦੇਖਿਆ ਕਿ ਇਹਨਾਂ ਨੇ ਤੇ ਜਾਣ ਕੇ ਵਿਵਾਦ ਖੜਾ ਕਰ ਦਿੱਤਾ ਹੈ। ਕਹਿੰਦੇ ਇੱਕ ਖਿਣ ਦੇ ਵਿੱਚ ਫਿਰ ਉਹਨਾਂ ਦੈਂਤਾਂ ਨੂੰ ਮੈਂ ਖਤਮ ਕਰ ਦਿੱਤਾ। ਪਰਮਾਤਮਾ ਕਹਿੰਦੇ ਫਿਰ ਉਹਨਾਂ ਨੂੰ ਮੈਂ ਜਦੋਂ ਖਤਮ ਕੀਤਾ, ਤਿਨਕੀ ਠੌਰ ਦੇਵਤਾ ਥਾਪੇ। ਕਹਿੰਦੇ ਦੈਂਤਾਂ ਨੂੰ ਖਤਮ ਕੀਤਾ ਜਦੋਂ ਮੈਂ, ਉਹਨਾਂ ਦਾ ਰਾਜ ਖੋਹ ਲਿਆ। ਕਹਿੰਦੇ ਫਿਰ ਮੈਂ ਦੇਵਤੇ ਬਣਾਏ, ਕਿ ਦੇਵਤਿਆਂ ਨੂੰ ਕਿਹਾ ਕਿ ਜਾਓ ਧਰਤੀ 'ਤੇ ਨਾਮ ਜਪਾਓ, ਮਨੁੱਖਾਂ ਨੂੰ ਕਲਿਆਣ ਕਰੋ ਜਾ ਕੇ। ਕਹਿੰਦੇ ਤਿਨਕੀ ਠੌਰ ਦੇਵਤਾ ਥਾਪੇ ਤੇ ਪੀ ਬਲ ਪੂਜਾ ਉਰਝਾਏ। ਹੁਣ ਕਿੱਡੀ ਵੱਡੀ ਗੱਲ ਹੈ। ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਨਾਲ ਇੰਨੀ ਵਿਰੋਧਤਾ ਔਰੰਗਜ਼ੇਬ ਨੇ, ਪਹਾੜੀਆਂ ਨੇ ਕਿਉਂ ਕੀਤੀ? ਕਿਉਂਕਿ ਉਹਨਾਂ ਸੱਚ ਲਿਖ ਦਿੱਤਾ ਇਹਦੇ ਵਿੱਚ। ਇਹਦੀ ਖੁੰਦਕ ਸੀਗੀ ਸਾਰੀ ਬਾਣੀ ਦੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਪੰਜਵੇਂ ਪਾਤਸ਼ਾਹ ਜੀ ਨੇ ਲਿਖਿਆ। ਇਹਦੇ ਵਿੱਚ ਉਹਨਾਂ ਨੂੰ ਖੁੰਦਕ ਸੀਗੀ, ਇਹਦੇ ਸੱਚ ਸਾਰਾ ਕੁਝ, ਸਾਰੀ ਸੱਚ ਕੱਲੀ ਕੱਲੀ ਗੱਲ ਇੱਕ ਲਿਖ ਦਿੱਤੀ, ਖੁਲਾਸਾ ਕਰ ਦਿੱਤਾ। ਕਹਿੰਦੇ ਕਿ ਜਦੋਂ ਦੇਵਤੇ ਬਣਾਏ, ਦੇਵਤਿਆਂ ਨੂੰ ਕਿਹਾ ਕਿ ਜਾ ਕੇ ਨਾਮ ਜਪਾਓ, ਤੇ ਕਹਿੰਦੇ ਕਿ ਉਹ ਦੇਵਤੇ ਜਿਹੜੇ 33 ਕਰੋੜ ਦੇਵੀ ਦੇਵਤਾ ਉਹ ਆਪਣੀ ਪੂਜਾ ਕਰਾਉਣ ਲੱਗ ਪਏ ਕਿ ਸਾਡੀ ਪੂਜਾ ਕਰੋ, ਅਸੀਂ ਹੀ ਪਰਮਾਤਮਾ ਹਾਂ। ਸ਼ਿਵ ਜੀ ਕਹਿੰਦਾ ਮੈਂ ਹੀ ਪਰਮਾਤਮਾ ਹਾਂ। ਤੇ ਕਹਿੰਦੇ ਕਿ ਆਪਣੀ ਪੂਜਾ ਦੇ ਵਿੱਚ ਉਰਝ ਗਏ, ਆਪਨ ਹੀ ਪਰਮੇਸ਼ਰ ਕਹਾਏ। ਕਹਿੰਦੇ ਆਪਣੇ ਆਪ ਨੂੰ ਪਰਮੇਸ਼ਰ ਕਹਾਇਆ। ਹੁਣ ਕਲਗੀਧਰ ਸੱਚੇ ਪਾਤਸ਼ਾਹ ਜੀ ਇੱਥੇ ਦੇਵਤਿਆਂ ਦੀ ਗੱਲ ਕਰਦੇ ਨੇ, ਪਰ ਸਤਿਗੁਰਾਂ ਦਾ ਕਿਸੇ ਵੀ ਧਰਮ ਦੇ ਵਿਰੁੱਧ ਕੋਈ ਵੀ ਗੱਲ ਨਹੀਂ ਕੀਤੀ। ਉਹਨਾਂ ਨੇ ਸੱਚ ਦੱਸਿਆ ਹੈ ਕਿ ਪਰਮਾਤਮਾ ਇੱਕ ਹੈ, ਉਹਦੀ ਸਾਰੀ ਇਹ ਕਾਇਨਾਤ ਹੈ,
ਜਿਹਦੀ ਸ਼ਕਤੀ ਦੇ ਨਾਲ ਇਹ ਸਭ ਕੁਝ ਦੇਵਤੇ, ਪੀਰ, ਪੈਗੰਬਰ, ਜਿੰਨੇ ਮਨੁੱਖ, ਪਸ਼ੂ, ਪੰਛੀ, ਧਰਤੀ, ਆਕਾਸ਼, ਸੂਰਜ, ਇਹ ਸਭ ਉਹਦੇ ਹੁਕਮ ਦੇ ਵਿੱਚ ਚੱਲਦੇ ਨੇ। ਕਹਿੰਦੇ ਪਰਮੇਸ਼ਰ ਆਪਣੇ ਆਪ ਨੂੰ ਕਹਾਉਣ ਲੱਗ ਪਏ, ਸਜ ਦੇਵਤੇ ਮਹਾਦੇਵ ਅਚਤ ਕਹਾਇਓ, ਵਿਸ਼ਨ ਆਪ ਹੀ ਕੋ ਠਹਿਰਾਇਓ। ਕਹਿੰਦੇ ਮਹਾਦੇਵ ਜਿਹੜਾ ਸ਼ਿਵ ਜੀ ਹੈ ਇਹ ਕਹਿੰਦਾ ਮੈਂ ਪਰਮਾਤਮਾ ਹਾਂ, ਤੇ ਵਿਸ਼ਨੂੰ ਕਹਿੰਦਾ ਹੈ ਕਿ ਮੈਂ ਪਰਮਾਤਮਾ ਹਾਂ। ਕਹਿੰਦੇ ਇਹਨਾਂ ਦੇ ਵਿੱਚ ਵੀ ਵਿਵਾਦ ਹੋ ਗਿਆ। ਕਹਿੰਦਾ ਮੈਂ ਵੱਡਾ ਹਾਂ, ਉਹ ਕਹਿੰਦਾ ਮੈਂ ਵੱਡਾ ਹਾਂ। ਆਪ ਪਾਰ ਬ੍ਰਹਮ ਖਾਨਾ, ਕਿ ਆਪਣੇ ਆਪ ਨੂੰ ਪਰਮਾਤਮਾ ਕਹਾਉਣ ਲੱਗ ਪਏ। ਪ੍ਰਭ ਕੋ ਪ੍ਰਭੂ ਨ ਕਿਨਹੂ ਜਾਨਾ, ਕਹਿੰਦੇ ਉਸ ਪਰਮਾਤਮਾ ਨੂੰ ਇਹਨਾਂ ਨੇ ਨਾ ਜਾਣਿਆ। ਤਬ ਸਾਖੀ ਪ੍ਰਭ ਅਸ਼ਟ ਬਨਾਏ, ਸਾਖ ਨਮਤ ਦੇਬੇ ਠਹਿਰਾਏ। ਕਹਿੰਦੇ ਫਿਰ 3 ਸਾਖੀ 8 ਜਾਣੇ, ਕਹਿੰਦੇ ਫਿਰ ਇਹਨਾਂ ਨੂੰ ਮੈਂ ਹਟਾ ਦਿੱਤਾ ਕਿ ਇਹ ਤਾਂ ਆਪਣੇ ਆਪ ਨੂੰ ਪਰਮੇਸ਼ਰ ਕਹਾਉਣ ਲੱਗ ਪਏ ਦੇਵਤੇ। ਕਹਿੰਦੇ ਫਿਰ 3 ਜਿਹੜੇ 8 ਸਾਖੀ ਬਣਾਏ, ਕਿਹੜੇ? ਸੂਰਜ, ਹਵਾ, ਧਰੂ, ਚੰਦਰਮਾ। ਇਹਨਾਂ ਨੂੰ ਕਿਹਾ ਕਿ ਜਾ ਕੇ ਤੁਸੀਂ ਧਰਤੀ 'ਤੇ ਨਾਮ ਜਪਾਓ। ਕਹਿੰਦੇ ਇਹਨਾਂ ਨੇ ਐਸਾ ਡਰਾਇਆ ਲੋਕਾਂ ਨੂੰ, ਤੇ ਕਹਿੰਦੇ ਆਪਦੇ ਮਗਰ ਲਾ ਲਈ। ਜਿੰਨੀ ਮਨੁੱਖ ਜਨਤਾ ਇਹਨਾਂ ਨੇ ਆਪਣੇ ਮਗਰ ਲਾ ਲਿਆ। ਇਹ ਕੀ ਕਹਿੰਦੇ ਨੇ? ਸਾਖ ਨਮਤ ਦੇਬੇ ਠਹਿਰਾਏ, ਤੇ ਕਹਿ ਕਰੋ ਹਮਾਰੀ ਪੂਜਾ। ਹੁਣ ਕਲਗੀਧਰ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਅਕਾਲ ਪੁਰਖ ਕਹਿੰਦੇ ਕਿ ਮੈਂ ਤੈਨੂੰ ਧਰਤੀ 'ਤੇ ਕਿਉਂ ਭੇਜਣ ਲੱਗਾ ਹਾਂ? ਕੀ ਕਾਰਨ ਹੈ ਕਿ ਤੂੰ, ਤੇਰੀ ਸੁਰਤ ਤਾਂ ਲੱਗੀ ਹੈ ਮੇਰੇ ਵਿੱਚ, ਪਰ ਤੈਨੂੰ ਕਹਿੰਦੇ ਜਿਉਂ ਤਿਉਂ ਪ੍ਰਭ ਹਮਕੋ ਸਮਝਾਇਓ। ਕਿਹੜੀਆਂ ਗੱਲਾਂ ਸਮਝਾਈਆਂ? ਗੱਲਾਂ ਦਸੀਆਂ। ਆਪਾਂ ਕਿਸੇ ਨੂੰ ਕਹੀਏ ਕਿ ਭਾਈ ਆਹ ਕੰਮ ਕਰਕੇ ਆ, ਉਹ ਕਵੇ ਮੈਂ ਨਹੀਂ ਜਾਣਾ, ਮੇਰਾ ਨਹੀਂ ਜੀ ਕਰਦਾ ਘਰੋਂ ਜਾਣ ਨੂੰ। ਆਪਾਂ ਉਹਨੂੰ ਕਈ ਗੱਲਾਂ ਸਮਝਾਵਾਂਗੇ, ਆਹ ਕੰਮ ਇਸ ਤਰ੍ਹਾਂ ਕਰਕੇ ਆਏਂਗੇ, ਤੇਰੇ ਤੇ ਗਿਰ ਸਰਨਾ ਨਹੀਂ ਹੈ ਕਿ ਤੂੰ ਕਰ ਜਾ ਕੇ। ਇਸੇ ਤਰ੍ਹਾਂ ਅਕਾਲ ਪੁਰਖ ਕਲਗੀਧਰ ਸੱਚੇ ਪਾਤਸ਼ਾਹ ਜੀ ਨੂੰ ਕਹਿ ਰਹੇ ਨੇ ਕਿ ਆਹ ਗੱਲਾਂ ਪਹਿਲਾਂ ਹੋ ਚੁੱਕੀਆਂ ਨੇ, ਬੜੇ ਭੇਜ ਚੁੱਕੇ ਨੇ। ਕਲਗੀਧਰ ਸੱਚੇ ਪਾਤਸ਼ਾਹ ਜੀ ਕਹਿੰਦੇ ਤੁਸੀਂ ਹੋਰ ਕਿਸੇ ਨੂੰ ਭੇਜ ਦਿਓ। ਉਹ ਕਹਿੰਦੇ ਨਹੀਂ, ਮੈਂ ਭੇਜ ਦਿੱਤੇ ਨੇ। ਅਕਾਲ ਪੁਰਖ ਉਹਨਾਂ ਨੂੰ ਗਿਣ ਕੇ ਦੱਸ ਰਹੇ ਨੇ ਕਿ ਮੈਂ ਕਿਹਨੂੰ ਕਿਹਨੂੰ ਭੇਜਿਆ। ਕਹਿੰਦੇ ਕਿ ਜਿਹੜੇ ਸੂਰਜ ਤੇ ਚੰਦਰਮਾ ਤੇ ਹਵਾ ਤੇ ਪ੍ਰਿਥਵੀ ਤੇ ਆਪਣਾ ਨਾਮ ਜਪਾਉਣ ਲੱਗ ਪਏ। ਕਹਿੰਦੇ ਹਮ ਬਿਨ ਅਵਰ ਨ ਠਾਕੁਰ ਦੂਜਾ, ਕਹਿੰਦੇ ਸਾਡੇ ਤੋਂ ਬਗੈਰ ਕੋਈ ਵੀ ਨਹੀਂ ਹੈ ਪਰਮਾਤਮਾ, ਕਿਉਂਕਿ ਅਸੀਂ ਹੀ ਸਭ ਕੁਝ ਹਾਂ। ਫਿਰ ਕਹਿੰਦੇ ਪਰਮ ਤਤ ਕੋ ਜਿਨ ਨਾ ਪਛਾਨਾ, ਤਿਨ ਕਰ ਈਸ਼ਰ ਤਿਨ ਕਹੋ ਮਾਨਾ। ਕਹਿੰਦੇ ਪਰਮਾਤਮਾ ਨੂੰ ਜਦੋਂ ਕਿਸੇ ਨੇ ਨਾ ਪਛਾਣਿਆ ਤੇ ਕਿਹਾ, ਸੱਚ ਹੀ ਕਿਹਾ ਕਿ ਜਿਹੜੇ ਚੰਦਰਮਾ ਤੇ ਸੂਰਜ ਤੇ ਪ੍ਰਿਥਵੀ ਇਹੋ ਹੀ ਪਰਮਾਤਮਾ ਨੇ। ਜਿੰਨੀ ਲੋਕ ਦੁਨੀਆ ਜਨਤਾ ਸੀ ਇਹਨਾਂ ਦੀ ਪੂਜਾ ਕਰਨ ਲੱਗ ਪਈ। ਕੋਈ ਸੂਰਜ ਦੀ ਪੂਜਾ ਕਰਦਾ ਹੈ, ਕੋਈ ਚੰਦਰਮਾ ਦੀ ਪੂਜਾ ਕਰਦਾ ਹੈ। ਕਹਿੰਦੇ ਇਹਦੇ ਵਿੱਚ ਉਲਝ ਗਏ ਜਦੋਂ। ਫਿਰ ਕਹਿੰਦੇ ਕੇਤੇ ਸੂਰ ਚੰਦ ਕਹੁ ਮਾਨੈ, ਅਗਨ ਹੋਤਰ ਕਈ ਪਵਨ ਪਰਮਾਨੈ। ਕੋਈ ਸੂਰਜ ਦੀ ਪੂਜਾ ਕਰਦਾ ਹੈ, ਕਹਿੰਦੇ ਕੋਈ ਚੰਦਰਮਾ ਦੀ ਪੂਜਾ ਕਰਦਾ ਹੈ, ਕੋਈ ਅਗਨੀ ਦੇਵਤੇ ਦੀ ਪੂਜਾ ਕਰਦਾ ਹੈ। ਕਹਿੰਦੇ ਇਹਦੇ ਵਿੱਚ ਉਲਝ ਗਏ। ਕਿਨਹੂ ਪ੍ਰਭ ਪਾਹਨ ਪਹਿਚਾਨਾ। ਇੱਥੇ ਗੱਲ ਸਤਿਗੁਰੂ ਜੀ ਕਹਿੰਦੇ ਕਈਆਂ ਨੇ ਤਾਂ ਪੱਥਰ ਨੂੰ ਪਰਮਾਤਮਾ ਕਿਹਾ ਹੈ, ਜਿਵੇਂ ਸ਼ਿਵਲਿੰਗ ਹੈ। ਕਹਿੰਦੇ ਪਰ ਪੱਥਰ ਦੇ ਵਿੱਚ ਪਰਮਾਤਮਾ ਕਿੱਥੋਂ ਮਿਲੇਗਾ? ਇਹ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਨਾਲ ਇੰਨੀਆਂ ਕੁਰਬਾਨੀਆਂ ਤਾਂ ਹੋਈਆਂ ਨੇ। ਉਹਨਾਂ ਨੇ ਸੱਚ ਲਿਖ ਦਿੱਤਾ ਸੀ ਸਾਰਾ ਕਿ ਅਕਾਲ ਪੁਰਖ ਇੱਕ ਹੈ। ਇਸ ਕਰਕੇ ਜਦੋਂ ਇਹ ਗੱਲਾਂ ਉਹ ਜਿਹੜੇ ਵੱਡੇ ਵੱਡੇ ਰਾਜੇ ਸਨ ਇਸ ਧਰਤੀ ਦੇ, ਔਰੰਗਜ਼ੇਬ ਵਰਗੇ, ਕਿ ਉਹਨਾਂ ਨੇ ਜਦੋਂ ਦੇਖਿਆ ਕਿ ਸਾਰਾ ਕੁਝ ਸੱਚ ਪ੍ਰਗਟ ਹੋ ਗਿਆ ਹੈ, ਤੇ ਉਹਨਾਂ ਨੇ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਨਾਲ ਜੰਗਾਂ ਕੀਤੀਆਂ। ਪਰ ਕਲਗੀਧਰ ਸੱਚੇ ਪਾਤਸ਼ਾਹ ਜੀ ਨਹੀਂ ਹਾਰੇ। ਉਹ ਅਕਾਲ ਪੁਰਖ ਸਨ, ਆਪਣਾ ਸਰਬੰਸ ਵਾਰ ਕੇ ਤੇ ਸਾਡੇ ਤੇ ਉਹਨਾਂ ਨੇ ਤੀਸਰਾ ਪੰਥ ਸਾਜਿਆ ਸੀ। ਇਸੇ ਕਰਕੇ ਕਹਿੰਦੇ ਕਿ ਉਹ ਪਾਹਨ ਪੱਥਰਾਂ ਦੀ ਪੂਜਾ ਕਰਨ ਲੱਗ ਪਏ। ਕਹਿੰਦੇ ਨਾਦ ਕਿਤੇ ਜਲ ਕਰਤ ਵਿਧਾਨਾ। ਕਹਿੰਦੇ ਕਈ ਤੀਰਥਾਂ 'ਤੇ ਜਾ ਕੇ ਨਹਾਉਣ ਲੱਗ ਪਏ ਕਿ ਇਸੇ ਤਰ੍ਹਾਂ ਸਾਡੀ ਗਤੀ ਤੇ ਇਸੇ ਤਰ੍ਹਾਂ ਪਰਮਾਤਮਾ ਮਿਲੇਗਾ। ਕਹਿੰਦੇ ਉਹਨਾਂ ਨੇ ਬਹੁਤ ਕੁਝ ਕੀਤਾ। ਫਿਰ ਕਹਿੰਦੇ ਨਾਦ ਕਿਤੇ ਜਲ ਕਰਤ ਵਿਧਾਨਾ, ਕੇਤਕ ਕਰਮ ਕਰਤ ਡਰ ਪਾਨਾ। ਹੁਣ ਕਹਿੰਦੇ ਸਤਿਗੁਰੂ ਜੀ ਜਿਵੇਂ ਆਪਾਂ ਨੇ ਇਹ ਗੱਲਾਂ ਸਾਡੇ 'ਚੋਂ ਦਸਵੇਂ ਪਾਤਸ਼ਾਹ ਜੀ ਨੇ ਦੂਰ ਕੀਤੀਆਂ ਨੇ, ਫਿਰ ਵੀ ਆਪਾਂ ਡਰਦੇ ਹਾਂ ਇਹਨਾਂ ਚੀਜ਼ਾਂ ਤੋਂ। ਵਰਤ ਰੱਖਣੇ, ਕੋਈ ਛਿੱਕ ਮਾਰ ਦੇ ਤਾਂ ਡਰ ਜਾਣਾ, ਕਿਸੇ ਨੇ ਆਵਾਜ਼ ਮਗਰੋਂ ਮਾਰ ਦੇਣੀ ਤਾਂ ਡਰ ਜਾਣਾ। ਇਹ ਡਰ ਸਾਡੇ ਅੰਦਰੋਂ ਸਤਿਗੁਰਾਂ ਨੇ ਦੂਰ ਕਰ ਦਿੱਤਾ ਸੀਗਾ।
ਖਾਲਸੇ ਦੇ ਅੰਦਰੋਂ ਇਹ ਡਰ ਦੂਰ ਕਰ ਦਿੱਤਾ। ਤਾਂ ਸਤਿਗੁਰੂ ਜੀ ਕਹਿੰਦੇ ਕੇਤਕ ਕਰਮ ਕਰਤ ਡਰ ਪਾਨਾ। ਇਹ ਕਰਮ ਕਹਿੰਦੇ ਕਿ ਇਹਨਾਂ ਨੇ ਐਸਾ ਡਰਾ ਦਿੱਤਾ ਮਨੁੱਖਾਂ ਨੂੰ ਕਿ ਡਰਦੇ ਹੀ ਕਰਮ ਕਰਨ ਲੱਗ ਪਏ, ਡਰਦੇ ਹੀ ਪੱਥਰਾਂ ਦੀਆਂ ਮੂਰਤੀਆਂ ਦੀ ਪੂਜਾ ਕਰਨ ਲੱਗ ਪਏ। ਕਹਿੰਦੇ ਐਸਾ ਡਰ ਇਹਨਾਂ ਦੇ ਅੰਦਰ ਪਾ ਦਿੱਤਾ। ਧਰਮ ਰਾਜ ਕੋ ਧਰਮ ਪਛਾਨਾ। ਕਹਿੰਦੇ ਕਈਆਂ ਨੇ ਤਾਂ ਧਰਮ ਰਾਜ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਕਿ ਉਹ ਮਾਰਦਾ ਹੈ ਤੇ ਉਹ ਲੈ ਕੇ ਜਾਂਦਾ ਹੈ, ਜੇ ਉਹਦੀ ਪੂਜਾ ਕਰੀਏ ਤਾਂ ਸਾਡੀ ਮੌਤ ਨਹੀਂ ਹੋਏਗੀ। ਜੇ ਪ੍ਰਭ ਸਾਖ ਨਿਮਤ ਠਹਿਰਾਏ ਤੇ ਹੀਆਂ ਆਏ ਪ੍ਰਭੂ ਕਹਿ ਬੁਲਾਏ। ਕਹਿੰਦੇ ਜਿੰਨੇ ਵੀ ਇੱਥੇ ਭੇਜੇ ਉਹ ਪਰਮਾਤਮਾ ਕਹਿ ਰਿਹਾ ਹੈ ਕਲਗੀਧਰ ਸੱਚੇ ਪਾਤਸ਼ਾਹ ਜੀ ਨੂੰ, ਜਿੰਨੇ ਭੇਜੇ ਉਹ ਆਪਣਾ ਹੀ ਨਾਮ ਜਪਾਉਣ ਲੱਗ ਪਏ। ਤਾਂ ਕਿ ਬਾਤ ਬਿਸਰ ਜਾਤੀ ਵੀ ਆਪਣੀ ਆਪਣੀ ਪਰਤ ਸੋਭ ਵੀ। ਕਹਿੰਦੇ ਜਿਹੜੀ ਪਰਮਾਤਮਾ ਦੀ ਗੱਲ ਦੱਸਣੀ ਤੇ ਉਹ ਵਿਸਰ ਗਈ ਤੇ ਆਪਣੀ ਆਪਣੀ ਸਾਰੇ ਜਾਣੇ ਸੋਭਾ ਕਰਾਉਣ ਲੱਗ ਪਏ। ਕਹਿੰਦੇ ਜਬ ਪ੍ਰਭ ਕੋ ਨਾ ਤਿਨੈ ਪਛਾਨਾ ਤਬ ਹਰ ਇਨ ਮਨ ਛਨ ਠਹਿਰਾਨਾ। ਹੁਣ ਕਹਿੰਦੇ ਕਿ ਜਦੋਂ ਇਹਨਾਂ ਨੇ ਪਰਮਾਤਮਾ ਨੂੰ ਨਾ ਪਛਾਣਿਆ, ਨਾ ਨਾਮ ਜਪਾਇਆ, ਕਹਿੰਦੇ ਫਿਰ ਮੈਂ ਮਨੁੱਖਾਂ ਨੂੰ ਸਰਦਾਰੀ ਦੇ ਦਿੱਤੀ ਕਿ ਇਹ ਮਨੁੱਖ ਜਿਹੜੇ ਧਰਤੀ 'ਤੇ ਮੈਂ ਸਾਜੇ ਨੇ ਇਹੋ ਹੀ ਪਰਮਾਤਮਾ ਦਾ ਨਾਮ ਜਪਾਉਣ। ਫਿਰ ਕੀ ਕਹਿੰਦੇ ਤੇ ਵੀ ਬਸ ਮਮਤਾ ਹੋਏ ਗਏ। ਕਹਿੰਦੇ ਆਪੋ ਆਪਣੇ ਕੰਮਾਂ ਦੇ ਵਿੱਚ ਉਲਝ ਗਏ, ਜਿਵੇਂ ਹੁਣ ਆਪਾਂ ਉਲਝੇ, ਕਿਉਂਕਿ ਪਰਮਾਤਮਾ ਨੇ ਸਾਨੂੰ ਧਰਤੀ 'ਤੇ ਨਾਮ ਜਪਣ ਨੂੰ ਭੇਜਿਆ ਹੈ। ਮਾਇਆ ਦਾ ਜਾਲ ਐਸਾ ਪੈ ਗਿਆ, ਕਹਿੰਦੇ ਆਪੋ ਆਪਣੇ ਕੰਮਾਂ ਦੇ ਵਿੱਚ ਇਹ ਉਲਝ ਗਏ। ਫਿਰ ਕਹਿੰਦੇ ਕਿ ਤਬ ਹਰ ਸਿੱਧ ਸਾਧ ਠਹਿਰਾਏ ਪਰਮੇਸ਼ਰ ਪਾਹਨ ਠਹਿਰਾਏ। ਕਹਿੰਦੇ ਇਹੋ ਜਿਹੇ ਮਮਤਾ ਦੇ ਵਿੱਚ ਫਸ ਗਏ। ਇਹਨਾਂ ਨੂੰ ਦੇਵਤਿਆਂ ਨੇ, ਰਿਸ਼ੀਆਂ ਨੇ, ਸੂਰਜ ਚੰਦਰਮਾ ਨੇ ਐਸਾ ਡਰਾਇਆ, ਗ੍ਰਹਿ ਨਛੱਤਰਾਂ ਨੇ ਐਸਾ ਡਰਾਇਆ ਤੇ ਪਾਹਨ ਠਹਿਰਾਏ ਕਿ ਪਰਮੇਸ਼ਰ ਪੱਥਰ ਨੂੰ ਭਾਵ ਕਿ ਮੰਨਣ ਲੱਗ ਕੇ ਕਿ ਇਹੋ ਹੀ ਪਰਮੇਸ਼ਰ ਹੈ। ਕਹਿੰਦੇ ਐਸਾ ਡਰ ਗਏ ਤਬ ਹਰ ਸਿੱਧ ਸਾਧ ਠਹਿਰਾਏ। ਕਹਿੰਦੇ ਫਿਰ ਉਸ ਤੋਂ ਬਾਅਦ ਮੈਂ ਸਿੱਧਾਂ ਨੂੰ ਭੇਜਿਆ ਧਰਤੀ 'ਤੇ ਜਾਓ ਕਿ ਇਹ ਨਹੀਂ ਮਨੁੱਖ ਵੀ ਨਹੀਂ ਕੁਛ ਕਰ ਸਕਦੇ ਤੇ ਸਿੱਧ ਧਰਤੀ 'ਤੇ ਜਾਣ ਤਿਨ ਵੀ ਪਰਮ ਪੁਰਖ ਨਹੀਂ ਪਾਏ। ਹੁਣ ਸਤਿਗੁਰੂ ਜੀ ਕਹਿੰਦੇ ਇਹਨਾਂ ਨੇ ਵੀ ਪਰਮਾਤਮਾ ਨੂੰ ਨਹੀਂ ਪਾਇਆ, ਇਹ ਆਪਦੀ ਯੋਗਾ ਅਭਿਆਸ ਕਰਨ ਲੱਗ ਪਏ, ਦਸਮ ਦੁਆਰ 'ਚ ਸਵਾਸ ਚੜ੍ਹਾ ਲਏ। ਕਹਿੰਦੇ ਐਸੇ ਕੰਮ ਕਰਨ ਲੱਗ ਪਏ ਜੇ ਕੋਈ ਹੋਤ ਭਇਓ ਜਗ ਸਿਆਣਾ ਤਿਨ ਤਨੇ ਆਪਣੋ ਪੰਥ ਚਲਾਣਾ। ਕਹਿੰਦੇ ਜੇ ਕਿਸੇ ਕੋਲ ਸ਼ਕਤੀ ਆ ਗਈ ਤੇ ਕਹਿੰਦੇ ਉਹਨਾਂ ਨੇ ਆਪੋ ਆਪਣਾ ਰਾਹ ਤੇ ਪੰਥ ਚਲਾ ਲਿਆ ਕਿ ਇਹੋ ਹੀ ਪੰਥ ਹੈ। ਹੁਣ ਕਈ ਧਰਮਸ਼ਾਲਾ, ਕਈ ਗੁਰਦੁਆਰੇ, ਕਈ ਡੇਰੇ, ਕਿੰਨਾ ਕੁਛ ਬਣ ਗਿਆ ਹੈ। ਕਹਿੰਦੇ ਜਿਹਦੇ ਕੋਲ ਜਿੰਨੀ ਜੰਨੀ ਸ਼ਕਤੀ ਹੈ ਉਹ ਆਪਣਾ ਆਪਣਾ ਪੰਥ ਚਲਾ ਲਿਆ। ਇਹ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਪੰਥ ਨੂੰ ਇੱਕ ਕੀਤਾ ਸੀਗਾ ਕਿ ਇਹ ਖਾਲਸਾ ਇੱਕ ਝੰਡੇ ਤੇ ਥੱਲੇ ਰਹੋਗੇ ਤੁਹਾਡਾ ਕੋਈ ਕੁਛ ਨਹੀਂ ਵਿਗਾੜ ਸਕਦਾ। ਤੇ ਕਹਿੰਦੇ ਜੇ ਇੱਕ ਝੰਡੇ ਤੋਂ ਨਿਕਲ ਗਏ ਤੁਹਾਨੂੰ ਖੇਰੂ ਖੇਰੂ ਇਹ ਜਿਹੜਾ ਸੰਸਾਰ ਕਰ ਦੇਗਾ, ਜਿਹੜੇ ਤੁਹਾਡੇ ਵਿਰੋਧੀ ਨੇ ਤੇ ਭਾਵ ਕਿ ਤੁਹਾਨੂੰ ਖੇਰੂ ਖੇਰੂ ਕਰ ਦੇਣਗੇ। ਤਾਂ ਸਤਿਗੁਰੂ ਜੀ ਕਹਿੰਦੇ ਉਹਨਾਂ ਨੇ ਵੀ ਪੰਥ ਨੂੰ ਪਰਮਾਤਮਾ ਨੂੰ ਨਹੀਂ ਪਛਾਣਿਆ, ਜੋ ਉਹਨਾਂ ਨੇ ਆਪੋ ਆਪਣੇ ਪੰਥ ਚਲਾ ਲਏ। ਕਿਵੇਂ? ਪਰਮ ਪੁਰਖ ਕਿਨਹੂ ਨਹਿ ਪਾਇਓ ਬੈਰਬਾਦ ਹੰਕਾਰ ਵਡਾਇਓ। ਜਿਹਦੇ ਕੋਲ ਜ਼ਿਆਦੀ ਸ਼ਕਤੀ ਸੀ ਉਹਨਾਂ ਨੂੰ ਹੰਕਾਰ ਹੋ ਗਿਆ ਕਿ ਸਾਡੇ ਕੋਲੇ ਹੀ ਸਭ ਕੁਝ ਹੈ। ਕਹਿੰਦੇ ਆਪਸ ਦੇ ਵਿੱਚ ਲੜਨ ਲੱਗ ਪਏ। ਪੇਟ ਪਾਤ ਆਪਨ ਤੇ ਜਲੈ ਪ੍ਰਭ ਕੈ ਪੰਥ ਨਾ ਕੋਉ ਚਲੈ। ਕਹਿੰਦੇ ਜਿਵੇਂ ਦਰਖਤ ਹੈ ਉਹਦੇ ਜਦੋਂ ਪੱਤੇ ਸੁੱਕ ਜਾਂਦੇ ਨੇ ਉਹ ਧਰਤੀ 'ਤੇ ਡਿੱਗਦੇ ਨੇ ਤੇ ਉਹ ਪੱਤਿਆਂ ਦੇ ਨਾਲ ਹੀ ਉਹ ਦਰਖਤ ਸੜ ਜਾਂਦਾ ਹੈ। ਤੇ ਕਹਿੰਦੇ ਇਸੇ ਤਰ੍ਹਾਂ ਆਪਣੇ ਆਪਸ ਦੇ ਵਿੱਚ ਹੀ ਉਹ ਬੈਰ ਵਿਰਾਦ ਵਡਾ ਕੇ ਤੇ ਆਪਸ ਦੇ ਵਿੱਚ ਲੜ ਕੇ ਤੇ ਆਪਣੀ ਈਰਖਾ ਦੇ ਵਿੱਚ ਉਹ ਸੜਦੇ ਰਹੇ। ਕਹਿੰਦੇ ਜਿਨ ਜਿਨ ਤਮਕ ਸਿੱਧ ਕੋ ਪਾਇਓ ਤਿਨ ਤਨੇ ਆਪਣਾ ਰਾਹੋ ਚਲਾਇਓ। ਹੁਣ ਸਾਰੀ ਸ਼ਕਤੀ ਤਾਂ ਪ੍ਰਮਾਤਮਾ ਕੋਲੋਂ ਆਉਂਦੀ ਹੈ, ਰਿੱਧੀਆਂ ਸਿੱਧੀਆਂ। ਕਹਿੰਦੇ ਜਿਨ੍ਹਾਂ ਨੂੰ ਜਿੰਨੀ ਸ਼ਕਤੀ ਮਿਲੀ ਉਹਨਾਂ ਨੇ ਆਪੋ ਆਪਣਾ ਰਸਤਾ ਤੇ ਆਪੋ ਆਪਣਾ ਧਰਮ ਤੇ ਕਰਮ ਚਲਾ ਲਿਆ। ਕਹਿੰਦੇ ਪਰਮੇਸ਼ਰ ਨਾ ਕਿਨਹੂ ਪਹਿਚਾਨਾ ਮਮ ਉਚਾਰ ਤੇ ਭਇਓ ਦੀਵਾਨਾ। ਹੁਣ ਕਹਿੰਦੇ ਪਰਮੇਸ਼ਰ ਪਰਮਾਤਮਾ ਨੂੰ ਉਹਨਾਂ ਨੇ ਨਹੀਂ ਪਛਾਣਿਆ। ਮਮ ਉਚਾਰ ਤੇ ਭਇਓ ਦੀਵਾਨਾ। ਕਹਿੰਦੇ ਉਹਨਾਂ ਦੇ ਹਾਲਾਤ ਇਹੋ ਜਿਹੇ ਹੋ ਗਏ ਕਿ ਭਾਵ ਕਿ ਇੰਨੇ ਬੌਰੇ ਹੋ ਗਏ, ਇੰਨੇ ਹੰਕਾਰੀ ਹੋ ਗਏ, ਜਿਵੇਂ ਕਹਿ ਦਈਏ ਕਿ ਇਹ ਬੰਦਾ ਪਾਗਲ ਹੋ ਗਿਆ ਹੈ। ਕਹਿੰਦੇ ਇਸ ਤਰ੍ਹਾਂ ਉਹ ਪਾਗਲ دیਵਾਨੇ ਹੋ ਗਏ
कि असी ही परमेश्वर हाँ। परम तत् किन्हू ना पछाना, आप आप भीतर उरझाना। अपने ही कम्मां दे विच अपणियां रिद्धियां सिद्धियां दे विच उरझ गए। तब जे रिख राज बनाए, तिने आपन पुन सिमरत चलाए। कहंदे जे मैं रिखियां नूं भेजिया, जाओ तुसी नाम जपाओ। कहंदे उन्हां सिमरतियां वेद 27 सिमरतियां बना दित्तियां, उन्होंने रच दित्तियां कि लोकां नूं कर्मां धर्मां दे विच ला दिता। तिने आपन पुन सिमरत चलाए, जे सिमरत ते भए अनुरागी, तिन तिन क्रिया ब्रह्म की त्यागी। कहंदे जिवें हुण अपने दे विच चलदा है, क्योंकि ये 27 सिमरतियां 4 वेद, इन्हां दे विच जिहड़ी आपां कई कर्म कांड करते हाँ, जदों मनुख की मृत्यु हुंदी है, कलगीधर सच्चे पातशाह जी का हुक्म, जिहदा आपां प्रकाश दिहाड़ा मना रहे हाँ, जिहदियां आपां खुशियां लै रहे हाँ। खुशियां लैण दा तां ही फायदा है जे आपां इहदी गल मन्नांगे। जे आपां हुण सारी संगत की माया भी लग गई है, दुध पानी भी लग गया, गुरु के लंगर भी बन गए, जे गल ना मनी तो गुरु साहब थोड़ी ये कहेगा कि मैं खुश हाँ कि तुसी कर दिता जी बल्ले बल्ले। क्योंकि महाराज ने तो बल्ले बल्ले उदों नहीं लई जदों सारा सरबंस वार दिता उन्होंने। जे हुण की लैणगे, वो खुश तां ने कि जे जब तक रहे खालसा न्यारा, तब लग तेज द्यों मैं सारा। कहंदे जिन्ना चिर खालसा न्यारा है, जे गह विप्रन की रीत, मैं ना करो इनकी प्रतीत। सतगुरु जी कहंदे जे विप्रन की रीत जाता है तो यदी मैं राखी नहीं करता, ये जो मर्जी करी जाए। जिन्ना चिर न्यारा है, अकाल पुरख के हुक्म दे विच है, उन्ना चिर ही मेरे कोल ते मैं इनू सारी शक्ति आप दी दिती हुई है। तां सतगुरु जी कहंदे ने कि वो अपने आप दे विच उलझ गए। सिमरतियां दे राह दे विच जिवें मनुख की मृत्यु हुंदी, आपां कई कर्म कांड करते हाँ, बहुत वड्डे वड्डे कर्म कांड करते हाँ। कलगीधर सच्चे पातशाह जी की मर्यादा पढ़ीए, उहदे विच क्या है सतगुरां ने, क्योंकि काल तां मरना तो सारिया ने है, आ भी रहे ने, तुरे भी जा रहे ने, ते आपां भी चले जाना, अज है कल नहीं। क्योंकि सतगुरां ने मर्यादा बन दिती है, अकाल पुरख की मर्यादा है कि धरती तो मृत्यु लोक तो जाना ही जाना एक दिन, भावें जो मर्जी मनुख कर लवे। तो कलगीधर सच्चे पातशाह जी ने रहत मर्यादा च लिखिया है कि जे मनुख की मृत्यु जदों हो जाती है, उसकी मृत्यु के उत्ते उहदा संस्कार कर दिओ। संस्कार करन तो बाद जिहड़ी उहदी हड्डियां ने जां जिथे कीता है उत्थे दब दिओ, नहीं दबणियां तो जल प्रवाह कर दिओ। उस तो बाद की करना है, रब की बाणी जिहड़ी अखंड पाठ साहिब करा दिओ, भावें सहज पाठ करा दिओ। ते पर जिहड़े आपां दूजे काम करते हैं उत्ते किल्लियां गढ़ लियां, रोटियां पा लियां, वो तो भगत कबीर जी भी इहदी गल नूं कहंदे ने। कहंदे जीवत पितर ना माने कऊ, मूए सराध कराही, पितर पी पपरे गऊए, कौआ कुकर खाही। कहंदे कि जिहड़े उत्थे तुसीं रख के आउने रोटियां ते जां होर चौल रख के आउने हाँ, वो उत्थे थोड़ी पहुँचते ने। कहंदे वो तो कौए ते कुकर खाण दा हुंदे ने। ये भगत कबीर जी इन्हां गल्लां दी विरोधता करते हैं। हुण सतगुरु जी कहंदे ने कि ये विप्रन दी रीत दे विच जिन्ना चिर फसिया है खालसा, उन्ना चिर दे नाल नहीं मैं। तां सतगुरु जी कहंदे जे सिमरन ते भए अनुरागी, तिन तिन क्रिया ब्रह्म की त्यागी। कहंदे इस तरह फिर परमात्मा ने जिन्ने भी आपो आपने उन्हां ऋषियां ने अपनियां अपनियां सिमरतियां दे राह चला लए ते उन्हां लोकां नूं फसा के ते अपने मगर लाया। तिन हर प्रभ चरणन ठहरायो, से सिमरंत के राह ना आयो। कहंदे जिन्हां दी परमात्मा दे चरनां दे विच लिव लग गई, वो इन्हां दे राह ते नहीं चलिया, वो अकाल पुरख दा हो के रह गया। फिर कहंदे सतगुरु जी कहंदे पा ब्रह्मा 4 ही वेद बनाए। हुण 4 वेद ब्रह्मा ने रचे ने। कहंदे सर्ब लोक तह कर्म चलाए। कहंदे वो ब्रह्मा ने भी जिहड़े 4 वेद बनाए, अथर्वण वेद, यजुर्वेद वेद, शाम वेद, ऋग वेद। कहंदे इन्हां दे राह ते उन्हां नूं चलाउणा शुरू कर दिता। तिनकी लिवह चरणन लागी, ते वेदन ते भए त्यागी। कहंदे जिन्हां दी परमात्मा दे विच लिव लग गई, ते कहंदे वो वेदां ते किताबां तो त्यागी हो गए कि परमात्मा ही एक है।
तिन मत वेद कतेबन त्यागी, पार ब्रह्म ते भये अनुरागी। फिर सतगुरु जी कहते तिनके गूढ़ मत जे चलही, भांत अनेक दुखन सो दलही। कहते जे इन्हां दे राह ते ਚੱਲੇਗਾ कोई तो कहते वो दुखों के विच ही आपदा दिन जिहड़ा बतीत करता है। जे जे सहत जातन संदेह, प्रभ को संग ना छोड़त नेह। कहते जेड़े जेड़े परमात्मा का नाम जपते ने, जिन्हां ते कृपा हो गई, कहते उन्हां दा स्नेह परमात्मा दे नाल लग गया। फिर सतगुरु जी कहते परम पुरख तज तिन पग परे, ते नरक कुंट मोह परही। कहते जिन्हां ने परमात्मा का रस्ता छड्ड दिता है, जिहड़े अपने मगर ला लिया जिन्हां ने, कहते नरक कुंड दे विच पैंदे ने जाके। फिर कहते कि सतगुरु जी कहते तब हर बहुर दत्त उपजायो। कहते सारियां नूं भेज के देख लिया मैं। कहते फिर मैं जिहड़ा दत्तात्रेय है, कहते उन्होंने धरती ते भेजिया कि जा तू नाम जपा जाके। कहते जो दत्तात्रेय नूं भेजिया, तिन भी अपना पंथ चलायो। हुण आपां कहने इन्ने पंथ ते इन्ना कुछ क्यों है कि ये तो सारा कुछ रब दा ही है। तो इत्थे रब ही ये कह रहा कि मैं तो क्या सी नाम जपाओ जाके। इन्हां ने अपना रस्ता चला दिता। कर्म मोह नख जिर सटा सवारी, प्रभ की क्रिया न कछु विचारी। कहते कि इन्हां ने की कीता, जाके नौ वधाने शुरू कर दिते, जटावां वधाउणियां शुरू कर दित्तियां कि इस तरह परमात्मा मिलेगा। कहते जिहड़ी परमात्मा की क्रिया सी उन्होंने विचारना छड्ड दिता। फिर कहते पुनहर गोरख को उपराजा। कहते गोरख नूं भेजिया कि जाके तू नाम जपा। कहते कि सिख करे किन्हू बड़ राजा। कहते उन्हें सारे सिख जिन्ने भाव कि वड्डे वड्डे राजे सी आपदे चेले बना लए। कहते की कीता सरवन फार मुंदरा दोए डारी, कि कन्न पाड़ के उन्होंने कन्नां दे विच मुंदरा पा दित्तियां। फिर कहते हर की प्रीत रीत बिना विचारी। जिहड़ा परमात्मा का नाम जपाउणा सी, क्योंकि कोई भी बंदा होएगा जो कोई नवां काम करेगा तो उसदी चढ़ाई है, जे उही काम होया तो क्योंकि परमात्मा ने तो क्या सी नाम जपाओ। तो उन्होंने आपो अपने पंथां दे विच नवीआं नवीआं रीतां शुरू कर दित्तियां। फिर कहते पुनहर रामानंद को करा, भेस बैरागी को जिन धरा। कहते फिर मैं रामानंद नूं भेजिया कि तू धरती ते जा। कहते उन्हें बैरागी कर दिते सारे कि वैराग धार करो, कि इस तरह परमात्मा नंगे पैरी जंगलों दे विच तुरे फिरना। कहते ये रस्ता अपना दिता। उन्हें की कीता कंठी काठ की डारी। कंठी भाव की काठ लकड़ की माला जिहड़ी है वो गलों दे विच पा दिती कि परमात्मा इस तरह मिलेगा। फिर कहते कि प्रभ की क्रिया ना कछु विचारी, जो प्रभ परम पुरख उपजाए, तिन तन अपने राह चलाए। ये परमात्मा अकाल पुरख कलगीधर सच्चे पातशाह जी दे नाल गल्लां कर रहे ने कि तुसी धरती ते जाओ, मैं बड़े भेज के वेख लए ने, वो ते आपो अपना नाम जपा रहे ने। महादीन तब प्रभु उपराजा, अरब देश को कीनो राजा। कहते मुहम्मद नूं भेजिया मैं कि जा तू नाम जपा जाके। तो वो कहते कि जिन्ने भी अरब देश के लोग सन उन्होंने अपने मगर ला लिया। तिन भी एक पंथ उपराजा। कहते उन्हें भी अपना एक पंथ चला दिता। लिंग बिना कीने सब राजा, सब ते अपना नाम जपायो। कहते उन्हें सारियां दी सुन्नत करके उन्हें अपना धर्म चला दिता। कहते ऐसा जदों उन्हें धर्म चलाया, सत नाम काहू ना दिरड़ायो। कहते जिहड़ा परमात्मा का नाम सी वो किसे ने ना जपाया, सब अपनी अपनी उरझाना। हुण किड्डियां वड्डियां गल्लां ये कोई साखी जां किसी कवि ने नहीं लिखिया, ये कलगीधर सच्चे पातशाह जी की बाणी जिहड़ी है खुलासा कर रही। इसे बाणी ही करके 14 जंगां होईयां, इसे बाणी ही करके पंजवें पातशाह जी की शहीदी हुई। इसे बाणी ही करके गुरु तेग बहादुर सच्चे पातशाह जी का सीस उन्होंने कतल किया। इसे बाणी ही करके छोटे साहिबजादे जिहड़े नीहां च चिणे गए, क्योंकि इहदे विच सच लिख दिता सी कि जिहड़ा सच है ये मनुखता नूं पता लग जावे। तो ये जिहड़ी मनुख जनता है कई जन्मां जन्मांतरां तो भटकदी फिरदी है, तो रब दे रस्ते ते लग के एक दी हो के
ਉਹਦੇ ਵਿੱਚ ਮਿਲ ਜਾਣ। ਕਹਿੰਦੇ ਪਾਰ ਬ੍ਰਹਮ ਕਾਹੂ ਨਾ ਪਛਾਨਾ, ਫਿਰ ਕਹਿੰਦੇ ਤਪ ਸਾਧਤ ਹਰ ਮੋਹਿ ਬੁਲਾਇਓ। ਹੁਣ ਇੱਥੇ ਕਹਿੰਦੇ ਸਤਿਗੁਰੂ ਜੀ ਕਹਿੰਦੇ ਤਪੱਸਿਆ ਕਰਦਿਆਂ ਨੂੰ ਮੇਰੀ ਲਿਵ ਲੱਗੀ ਹੋਈ ਸੀ, ਉਸ ਪਰਮਾਤਮਾ ਨੇ ਮੈਨੂੰ ਸੱਦਿਆ। ਇਮ ਕਹਿ ਕੇ ਇਹ ਲੋਕ ਪਠਾਇਓ, ਇਹ ਗੱਲ ਕਹਿ ਕੇ ਸਾਰੀਆਂ ਗੱਲਾਂ ਦੱਸ ਕੇ ਤਾਂ ਮੈਨੂੰ ਇਸ ਧਰਤੀ 'ਤੇ ਭੇਜਿਆ। ਫਿਰ ਕਹਿੰਦੇ ਕਿ ਅਕਾਲ ਪੁਰਖ ਦੇ ਮੈਂ ਇੱਕ ਸ਼ਰਤ ਰੱਖੀ, ਜੇ ਮੈਂ ਤਾਂ ਜਾਵਾਂਗਾ ਜੇ ਤੂੰ ਮੇਰੀ ਸਹਾਇਤਾ ਕਰੇਗਾ, ਕਿਉਂਕਿ ਉੱਥੇ ਤੇ ਕਲਯੁੱਗ ਹੈ, ਮੈਂ ਵੀ ਉਲਝ ਜਾਵਾਂਗਾ। ਕਿਉਂਕਿ ਜਦੋਂ ਆਪਾਂ ਕਿਸੇ ਦੀਆਂ ਗੱਲਾਂ ਸੁਣ ਲਈਏ, ਮੰਨ ਲਓ ਕਿ ਆਪਾਂ ਕਿਸੇ ਨੂੰ ਭੇਜਣਾ ਹੋਵੇ ਕਿ ਜਾਓ ਬਈ ਤੂੰ ਉੱਥੇ ਜੰਗ ਕਰਨੀ ਹੈ, ਆਪਾਂ ਕਹੀਏ ਅਜੇ ਨਹੀਂ ਜਾਣਾ। ਫਿਰ ਉਹ ਜਦੋਂ ਆਪਾਂ ਸਾਰੀਆਂ ਗੱਲਾਂ ਸੁਣ ਲਈ ਕਿ ਉੱਥੇ ਆਹ ਹਾਲ ਹੋਣਾ ਹੈ, ਆਹ ਜੰਗਲ ਹੈ, ਆਹ ਸਭ ਕੁਛ ਹੈ, ਅਤੇ ਆਪਣੇ ਮਨ 'ਚ ਡਰ ਪੈ ਜਾਣਾ ਕਿ ਨਹੀਂ ਬਈ ਨਹੀਂ ਜਾਇਆ ਜਾਣਾ, ਉੱਥੇ ਖਤਰਾ ਹੈ। ਫਿਰ ਕਲਗੀਧਰ ਸੱਚੇ ਪਾਤਸ਼ਾਹ ਜੀ ਕਹਿੰਦੇ ਇੰਨਿਆਂ ਦੇ ਨਾਲ ਇੰਨਾ ਕੁਛ ਹੋ ਗਿਆ, ਐਸਾ ਕਲਯੁਗ ਬਲਵਾਨ ਹੈ, ਸਾਰਿਆਂ ਨੂੰ ਜਿੱਤ ਲਿਆ। ਫਿਰ ਸਤਿਗੁਰੂ ਜੀ ਕਹਿੰਦੇ ਫਿਰ ਮੈਂ ਪਰਮਾਤਮਾ ਅੱਗੇ ਸ਼ਰਤ ਰੱਖੀ, ਅਤੇ ਪਰਮਾਤਮਾ ਜੇ ਤੂੰ ਸਹਾਇਤਾ ਕਰੇਗਾ ਤਾਂ ਤਾਂ ਸਭ ਕੁਝ ਹੋ ਸਕਦਾ ਹੈ। ਫਿਰ ਪਰਮਾਤਮਾ ਅੱਗੋਂ ਕੀ ਕਹਿੰਦਾ ਹੈ, ਕਹਿੰਦਾ ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਕਹਿੰਦੇ ਕਿ ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਭੇਜਦਾ ਹਾਂ ਕਿ ਤੂੰ ਮੇਰਾ ਪੁੱਤਰ ਹੈ, ਕਿ ਮੈਂ ਤੇਰੇ ਨਾਲ ਰਵਾਂਗਾ। ਕਹਿੰਦੇ ਪੰਥ ਪ੍ਰਚਰ ਕਰਬੇ ਕੋ ਸਾਜਾ, ਜਿਹੜਾ ਤੀਸਰਾ ਪੰਥ ਖਾਲਸਾ ਪਰਮਾਤਮਾ ਨੇ ਸਾਜਿਆ, ਕਿਉਂਕਿ ਖਾਲਸਾ ਪ੍ਰਗਟਿਓ ਪਰਮਾਤਮ ਕੀ ਮੌਜ। ਕਿਉਂ ਇਹ ਗੱਲ ਪਰਮਾਤਮਾ ਨੇ ਕਹੀ ਸੀ ਕਲਗੀਧਰ ਸੱਚੇ ਪਾਤਸ਼ਾਹ ਜੀ ਨੂੰ ਕਿ ਜਿਹੜਾ ਤੀਸਰਾ ਪੰਥ ਜਾ ਕੇ ਚਲਾਉਣਾ ਹੈ, ਜਾਹੇ ਤਹਾਂ ਤੇ ਧਰਮ ਚਲਾਏ, ਜਾਓ ਇਹ ਧਰਮ ਚਲਾਉਣਾ ਕਰੋ, ਇਹ ਪੰਥ ਸਾਜੋ, ਕਬੁੱਧ ਕਰਨ ਤੇ ਲੋਕ ਹਟਾਏ। ਜਿਹੜੇ ਮਾੜੇ ਕਰਮ ਕਰ ਰਹੇ ਨੇ, ਕਰਮਾਂ ਕਾਂਡਾਂ ਦੇ ਵਿੱਚ ਉਲਝੇ ਨੇ, ਉਹਨਾਂ ਨੂੰ ਭਾਵ ਕਿ ਛੱਡਣਾ ਕਰੋ, ਉਹਨਾਂ ਨੂੰ ਹਟਾ ਕੇ ਪਰਮਾਤਮਾ ਦੇ ਰਸਤੇ 'ਤੇ ਲਾਓ। ਫਿਰ ਕਹਿੰਦੇ ਕਿ ਮੈਂ ਵੀ ਇੱਕ ਅਰਦਾਸ ਕੀਤੀ, ਠਾਡ ਭਇਓ ਮੈਂ ਜੋਰ ਕਰ। ਹੁਣ ਕੋਈ ਵੀ ਆਪਾਂ ਕੰਮ ਕਰੀਏ, ਕਹੀਏ ਕਿ ਮੈਂ ਕੀਤਾ ਹੈ, ਅਤੇ ਕਲਗੀਧਰ ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ, ਕਿਉਂਕਿ ਇੰਨਾ ਵੱਡਾ ਕਲਯੁਗ ਬਲਵਾਨ ਹੈ ਅਤੇ ਮੈਂ ਉਹਦੇ ਅੱਗੇ ਹੱਥ ਜੋੜ ਕੇ ਖਲੋ ਗਿਆ। ਬਚਨ ਕਹਾ ਸਿਰ ਨਿਆਏ, ਇਹ ਤਾਂ ਕਹਾ ਨਹੀਂ ਹੈ, ਕਹਾ ਹੈ ਕਿ ਮੈਂ ਬਚਨ ਕਿਆ, ਸਿਰ ਨਵਾ ਕੇ ਬਚਨ ਕਿਆ। ਪੰਥ ਚਲੇ ਤਬ ਜਗਤ ਮੈਂ, ਜਬ ਤੁਮ ਕਰੋ ਸਹਾਈ। ਕਹਿੰਦੇ ਜਿਹੜਾ ਪੰਥ ਹੈ ਇਹ ਤਾਂ ਹੀ ਚੱਲ ਸਕਦਾ ਹੈ, ਉਹ ਤੀਸਰਾ ਪੰਥ ਤਾਂ ਹੀ ਸਾਜਿਆ ਜਾ ਸਕਦਾ ਹੈ। ਇਹ ਪਰਮਾਤਮਾ ਜੇ ਤੂੰ ਨਾਲ ਹੋਏਗਾ, ਜੇ ਸਹਾਇਤਾ ਕਰੇਗਾ, ਇਹ ਕਾਰਨ ਪ੍ਰਭ ਮੋਹਿ ਪਠਾਇਓ, ਤਬ ਮੈਂ ਜਨਮ ਜਗਤ ਜਨਮ ਧਰੇ ਆਇਓ। ਕਹਿੰਦੇ ਇਸ ਕਰਕੇ ਮੈਂ ਇਸ ਜਗਤ ਦੇ ਵਿੱਚ, ਇਸ ਸੰਸਾਰ ਦੇ ਵਿੱਚ ਤੇ ਜਨਮ ਧਰ ਕੇ ਆਇਆ। ਇਹ ਹਾਲਾਤ ਸਨ ਧਰਤੀ ਦੇ ਉੱਤੇ। ਫਿਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਅਤੇ ਮਾਤਾ ਗੁਜਰ ਕੌਰ ਦੀ ਕੁੱਖ ਤੋਂ ਆਪ ਅਕਾਲ ਪੁਰਖ ਨੇ ਸ੍ਰਿਸ਼ਟੀ 'ਤੇ ਪਟਨਾ ਸਾਹਿਬ ਦੀ ਧਰਤੀ 'ਤੇ ਅਵਤਾਰ ਧਾਰਿਆ, ਅਤੇ ਨਿੱਕੇ ਨਿੱਕੇ ਉਹਨਾਂ ਨੇ ਕੌਤਕ ਕੀਤੇ। ਵੱਡੇ ਹੋ ਕੇ ਉਹਨਾਂ ਨੇ ਜੰਗਾਂ 14 ਜੰਗਾਂ ਲੜੀਆਂ, ਆਪਣਾ ਸਰਬੰਸ ਸਾਰਾ ਵਾਰ ਦਿੱਤਾ, ਕਿਉਂਕਿ ਉਹਨਾਂ ਨੇ ਪਰਮਾਤਮਾ ਨੂੰ ਕੋਲ ਰੱਖਿਆ ਸੀ। ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਤਾਂ ਹੀ ਕਹਿੰਦੇ ਸੀ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜੀਆਂ ਦਾ ਰਹਿਣਾ। ਉਹ ਕਿਉਂ ਗੱਲਾਂ ਕਹੀਆਂ ਕਿ ਉਹ ਆ ਗਏ ਸਨ ਧਰਤੀ 'ਤੇ, ਜਦੋਂ ਉਸ ਪਰਮਾਤਮਾ ਨੂੰ ਫਿਰ ਯਾਦ ਕਰਦੇ ਸਨ ਕਿ ਇਹ ਪਰਮਾਤਮਾ ਇੰਨਾ ਕੁਛ ਹੋ ਗਿਆ। ਆਨੰਦਪੁਰ ਸਾਹਿਬ ਦੇ ਵਿੱਚ ਵੱਡੇ ਸਾਹਿਬਜ਼ਾਦੇ ਵੀ ਸ਼ਹੀਦ ਹੋ ਗਏ, ਤੂੰ ਬਲ ਬਖਸ਼ਿਆ, ਤੂੰ ਨਾਲ ਹੈ ਤਾਂ ਇਹ ਸਭ ਕੁਛ ਹੋ ਗਿਆ, ਅਤੇ ਤੇਰੀ ਯਾਦ ਨਾ ਮੇਰੇ ਅੰਦਰੋਂ ਵਿਸਰੇ, ਤੂੰ ਮੈਨੂੰ ਧਰਤੀ 'ਤੇ ਭੇਜਿਆ ਹੈ, ਮੇਰੀ ਸੁਰਤ ਤੇਰੇ ਵਿੱਚ ਹੀ ਲੱਗੀ ਰਵੇ। ਇਹ ਕਰਕੇ ਸਤਿਗੁਰੂ ਜੀ ਕਹਿੰਦੇ ਮੈਂ ਇਸ ਸੰਸਾਰ 'ਤੇ ਜਨਮ ਧਰਿਆ, ਜਿਮ ਤਿਮ ਕਹੈ ਇਮੈ ਤਿਮ ਕਹੋ, ਔਰ ਕਿਸੂ ਕੇ ਬੈਰ ਨਾ ਗਹੋ। ਕਹਿੰਦੇ ਜਿਵੇਂ ਜਿਵੇਂ ਪਰਮਾਤਮਾ ਨੇ ਮੈਨੂੰ ਕਹਿ ਕੇ ਭੇਜਿਆ ਜਿਹੜੇ ਕੰਮ ਵਾਸਤੇ, ਉਹ ਸੰਸਾਰ 'ਤੇ ਮੈਂ ਆਣ ਕੇ ਦੱਸਿਆ, ਅਤੇ ਮੇਰਾ ਕਿਸੇ ਦੇ ਨਾਲ ਕੋਈ ਵੈਰ ਨਹੀਂ। ਕਲਗੀਧਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਮਕੋ ਜੋ ਹਮਕੋ ਪਰਮੇਸ਼ਰ ਉਚਰੈ, ਤੇ ਸਭ ਨਰਕ ਕੁੰਟ ਮਹਿ ਪਰ ਹੈ। ਹੁਣ ਇੱਥੇ ਵੀ ਸ਼ੰਕਾ ਪੈਂਦਾ ਹੈ ਕਿ ਆਪਾਂ ਕਲਗੀਧਰ ਸੱਚੇ ਪਾਤਸ਼ਾਹ ਜੀ ਨੂੰ ਪਰਮੇਸ਼ਰ ਨਾ ਕਹੀਏ,
क्योंकि आपां ਉਹਦਾ प्रकाश दिहाड़ा मना रहे हैं। ਇਹਦੇ ਅਰਥ ਹੈ ਜੋ ਹਮਕੋ ਪਰਮੇਸ਼ਰ ਉਚਰ ਹੈ कि ਜਿਹੜਾ कि भाव कि अपने आप ਨੂੰ ਧਰਤੀ ਤੇ परमेश्वर कहाएगा कि मैं ही रब है तो मेरी पूजा करो, ਕਹਿੰਦੇ ਉਹ ਨਰਕ ਕੁੰਟ ਦੇ ਵਿੱਚ ਪੈਣਗੇ। ਇਹ ਕਲਗੀਧਰ ਸੱਚੇ ਪਾਤਸ਼ਾਹ ਜੀ ਕਹਿੰਦੇ ਕਿਉਂਕਿ ਮਵੀ ਮੋਕੋ ਦਾਸ ਤਵਨ ਕਾ ਜਾਨੋ या मैं भेद रंच पछानो, क्योंकि मैं भी ਉਹਦਾ दास हाँ। ਤਾਂ सतगुरां ने ये जिहड़ी सारी मर्यादा खत्म करके मनुखा शरीर दी शब्द रूप दे नाल शब्द दे नाल जोड़िया है। भाव कि शब्द जिहड़ा गुरु का शब्द है, शब्द सुरत तुन चेल तेला, क्योंकि शब्द जिहड़ी शब्द गुरु है तो सुरत जिहड़ी उहदी धुन ते चेला बनती है। तो शब्द दे नाल सतगुरां ने धन गुरु ग्रंथ साहिब सच्चे पातशाह जी ने धन श्री गुरु ग्रंथ साहिब सच्चे पातशाह जी दे नाल नदेड़ दी धरती ते सतगुरां ने गुरता गद्दी दे के ते सानू खालसे नू इहदे नाल जोड़िया। जो भी मंगना है ये दिंदा है, ये अंतरजामी है। इहदे विच ही धन गुरु नानक सच्चे पातशाह जी बोलते हैं, इहदे विच ही दसवें पातशाह, इहदे विच ही भगत ने सारे। जदों आपां बाणी पढ़ते हैं तो उन्हां दे नाल गल्लां करते हैं। बाणी का की मतलब है कि बोलना, गल्लां करनियां। बाणी आपां कह दिंदे हां बाणी, बाणी का अर्थ है संस्कृति दे विच बाणी कहंदे ने, आपां इहदा कह दिंदे हां गल्लां करनियां, क्योंकि आपां गुरु साहिब दे नाल गल्लां करदे हां। मोको दास तवन का जानो या मैं भेद न रंच पछानो, मैं हूँ परम पुरख को दासा देखने आयो जगत तमाशा। कहते कि इत्थे मैं तमाशा उहदा दास ते तमाशा वेखण आया। कलगीधर सच्चे पातशाह जी ने पटना साहिब की धरती ते 1666 दे विच उन्हां दा प्रकाश माता गुजर कौर दी कुख तो होया। आप अकाल पुरख आप अंतरजामी ने साडे ते किरपा कीती। ये आपां बाणी दी तां विचार कीती है क्योंकि इतिहास ते आपां सारे सुनते रहने हाँ। भीखण शाह दा इतिहास कि वो भी आए सन, बड़ा इतिहास आपां सुनिया है कि सतगुरां ने छोटियां छोटियां खेडां खेडियां, गलेलां भी चलाइयां। ये तो आपां सारा सरवण कीता है। जिहड़ी गुरु की बाणी की जिहड़ी गल है ये रह जाती। ये सतगुरां ने आप अपनी कलम दे नाल लिख के ते खालसे ते किरपा कीती। नहीं तो वड्डे वड्डे ऋषि मुनि होर भी बहुत धरती ते आए ने, उन्हां दा इतिहास होर किसी ने लिखिया, पर अपना जीवन कथा पिछले जन्म दी हुण दी 14 जंगा कलगीधर सच्चे पातशाह जी ने दसम बाणी बचित्र नाटक दे विच सारी बाणी दे विच उन्हां ने अपना जीवन घटना लिखियां। तां सतगुरु जी कहंदे इस धरती ते असीं आए, मैं हूँ परम पुरख को दासा देखने आयो जगत तमाशा। सतगुरु जी साडे ते किरपा करन, कलगीधर सच्चे पातशाह जी रहमत करन, साडे ते रहमत बनाई रखण, साडे ते किरपा करी रखण। इस करके आपां उहदे अगे अरदास बेनती करिया करिए। आपां कर्मां कांडां चों हौली हौली निकलीए। देखो सतगुरां ने कल्ली कल्ली गल खोल के दसी। अजी भी अपने को संखेप जी आपां विचार कीती है। जे कल्ले कल्ले दा ऋषियां मुनियां दा कल्लियां कल्लियां दी गल करनी बड़ी लम्मी पै जाती है। इस करके सतगुरां ने सानू कर्मां कांडां चों कढ के एक अकाल पुरख दे लड़ लाया है। आपां उहदे लड़ लगीए ते कर्मां कांडां च साडे अंदरों डर निकल गया ते सतगुरां दी जिहड़ी शक्ति है साडे हिरदे दे विच आउणी शुरू कर देगी। क्योंकि साडे अंदर बड़े डर बड़े ने, क्योंकि कई कहना नज़र लग गई, ये भी डर है एक, जां कुछ होर हो गया, ये भी डर है। ये डर है एक, ये डर उदों खत्म हुंदा है जदों आपां अरदास करिए गुरु साहिब अगे, सच्चे पातशाह साडे ते किरपा कर, रहमत कर, इहदा जिहड़ी चीज़ दा मेरे अंदर वहम तां डर पिया इहनूं कढ। ते कलगीधर सच्चे पातशाह जी उस वेले किरपा कर दिंदे ने। धन गुरु ग्रंथ साहिब सच्चे पातशाह जी उस वेले किरपा करते हैं। सो सतगुरु जी साडे ते किरपा करन। आओ हुण सच्चे पातशाह जी रहमत करन। हुण रहमत करन सतगुरु। हुण गुरु की देग वरतेगी, उस तो बाद गुरु के लंगर चलणगे। कुछ मैंबर साहबान आप जी नूं वधाई देनी चाहुंदे ने, धन्नवाद करना चाहुंदे ने संगतां दा। आप जी इस तरह बैठे रहना। वाहिगुरू जी का खालसा, वाहिगुरू जी की फतेह।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਨਗਰ ਨਿਵਾਸੀਆਂ ਨੂੰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਆਪ ਜੀ ਨੂੰ ਜੀ ਆਇਆਂ ਕਹਿੰਦੇ ਸੰਗਤਾਂ ਵੱਲੋਂ ਜਿਵੇਂ ਕਿ ਸ਼ਹੀਦੀ